ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਠੀ ਦੇ ਵਿੱਚ ਅੰਦਰ ਕੀ ਗੱਲਬਾਤ ਹੋਈ, ਪਰ ਬਾਹਰ ਆ ਕੇ ਜਿਸ ਤਰ੍ਹਾਂ ਦੇ ਤੇਵਰ ਉਹਨਾਂ ਨੇ ਵਿਖਾਏ ਨੇ, ਉਹਨਾਂ ਨੇ ਕਹਿ ਦਿੱਤਾ ਕਿ ਇਹ ਬਾਦਲਾਂ ਨਾਲ ਰਲੇ ਹੋਏ ਨੇ, 4.5 ਸਾਲ ਅੰਦਰ ਵੜੇ ਰਹੇ ਨੇ, ਕੋਈ ਕੰਮ ਨਹੀਂ ਕੀਤਾ। ਉਹ 5 ਵਿਅਕਤੀ ਅਜੇ ਤੱਕ ਬੋਲੇ ਨਹੀਂ। ਕੀ ਉਹਨਾਂ ਨੇ ਹਾਈ ਕਮਾਂਡ ਦੇ ਇਸ਼ਾਰੇ ਤੇ ਇਹ ਬਿਆਨ ਦਿੱਤਾ ਜਾਂ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਕੋਈ ਗੱਲਬਾਤ ਹੋਈ ਹੈ? ਅੱਜ ਵਿੱਚੋਂ ਕਈ ਵਿਧਾਇਕ ਇਹ ਕਹਿੰਦੇ ਨੇ ਕਿ ਮੁੱਦੇ ਜਿਹੜੇ ਉਠਾਏ ਜਾ ਰਹੇ ਨੇ ਉਹ ਤਾਂ ਠੀਕ ਨੇ, ਪਰ ਹੁਣ ਇਹਨਾਂ ਤੇ ਜੇ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਰਹਿਣ ਤੇ ਇਹਨਾਂ ਮੁੱਦਿਆਂ ਤੇ ਕੰਮ ਕੀਤਾ ਜਾਵੇ। ਪੰਜਾਬ ਕਾਂਗਰਸ ਵਿੱਚ ਜਿੰਨਾ ਕਲੇਸ਼ ਪਿਆ ਹੋਇਆ ਹੈ, ਇਸ ਲਈ ਜ਼ਿੰਮੇਵਾਰ ਸਿਰਫ ਸਿੱਧੂ ਹੈ। ਮਨਜੀਤ ਸਿੰਘ ਜੀਕੇ ਨੂੰ ਅਮਰੀਕਾ ਦੇ ਵਿੱਚ ਮਾਰਿਆ ਕੁੱਟਿਆ ਵੀ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਹ ਬਿਲਕੁਲ ਬੰਗਾਲ ਦੀਆਂ ਚੋਣਾਂ ਵਾਂਗ, ਜਿਵੇਂ ਮਮਤਾ ਬੈਨਰਜੀ ਨੇ ਜਿੱਤ ਤੇ ਬਹੁਤ ਵੱਡੀ ਪ੍ਰਾਪਤ ਕੀਤੀ, ਪਰ ਉਹ ਆਪਣੀ ਸੀਟ ਜਿਹੜੇ ਸੀ ਉਹ ਹਾਰ ਗਏ ਸੀ ਤੇ ਉਹਨਾਂ ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਕਿ ਦੀਪ ਸਿੱਧੂ ਦੀ ਤੁਸੀਂ ਜ਼ਮਾਨਤ ਕਿਉਂ ਕਰਵਾਈ। ਉਹਨਾਂ ਨੇ ਕਿਹਾ ਕਿ ਜਿੰਨੇ ਵਿਅਕਤੀ ਫੜੇ ਗਏ ਨੇ, ਮੈਂ ਸਾਰਿਆਂ ਦੀ ਜ਼ਮਾਨਤ ਕਰਾਉਣਾ ਮੇਰਾ ਫਰਜ਼ ਹੈ, ਮੈਂ ਕਿਸੇ ਇੱਕ ਦੇ 'ਚ ਭੇਦਭਾਵ ਨਹੀਂ ਕਰ ਰਿਹਾ। ਪਰ ਇੱਕ ਮੈਂ ਇੱਥੇ ਚੇਤੇ ਕਰਾ ਦੇਵਾਂ, ਉਹ ਹੁਣ ਭੱਜ ਕੇ ਨਹੀਂ ਗਏ, ਉਹ ਪਿਛਲੇ ਸਾਲ ਦੇ ਗਏ ਹੋਏ ਨੇ। ਤੇ ਉਹਨਾਂ ਨੇ ਹੈਲੀਕਾਪਟਰ ਵੀ ਨੋਟਾਂ ਨਾਲ ਲੱਦ ਲਿਆ ਤੇ 4 ਗੱਡੀਆਂ ਵੱਡੀਆਂ ਜਿਹੜੀਆਂ ਸੀ ਉਹ ਵੀ ਵਿੱਚੇ ਹੀ ਲੱਦ ਲਈਆਂ, ਉਹ ਵੀ ਨੋਟਾਂ ਨਾਲ ਭਰੀਆਂ ਹੋਈਆਂ ਸੀ। ਫਿਰ ਵੀ ਨੋਟ ਪੂਰੇ ਨਹੀਂ ਲਿਜਾ ਸਕੇ ਤੇ ਕਈ ਹਜ਼ਾਰ ਡਾਲਰ ਜਿਹੜੇ ਸੀ ਜਿੱਥੋਂ ਹੈਲੀਕਾਪਟਰ ਨੇ ਉੱਡਣਾ ਸੀ ਉੱਥੇ ਫਰਸ਼ ਤੇ ਪੈ ਰਹੇ ਨੇ। ਪਰ ਭਾਰਤ ਸਰਕਾਰ ਜਿਸ ਨੂੰ ਅਸੀਂ ਬਹੁਤ ਸਾਰੇ ਮੁੱਦਿਆਂ ਤੇ ਕਈ ਵਾਰੀ ਭੰਡਦੇ ਆ ਜਾਂ ਉਹਨਾਂ ਦੀ ਨਿਖੇਧੀ ਕਰਦੇ ਆ, ਪਰ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਜੇ ਬਹੁਤ ਜ਼ਿਆਦਾ ਤੇਜ਼ੀ ਨਹੀਂ ਵਿਖਾਈ ਤੇ ਬਹੁਤ ਜ਼ਿਆਦਾ ਸੁਸਤੀ ਵੀ ਨਹੀਂ ਵਿਖਾਈ, ਠੀਕ ਠਾਕ ਵਿਅਕਤੀਆਂ ਨੂੰ ਲਿਆਂਦਾ ਜਾ ਰਿਹਾ ਤੇ ਵਾਇਰਸ ਨੂੰ ਲੋਕਾਂ ਦੇ ਨਾਲ ਰਹਿਣ ਦਾ ਤੇ ਜਿਉਣ ਦਾ ਪਤਾ ਲੱਗ ਜਾਂਦਾ ਤੇ ਉੱਥੇ ਰਹਿਣਾ ਉਹ ਸਿੱਖ ਲੈਂਦਾ। ਜੇ ਹੁਣ ਸਾਇੰਸਦਾਨ ਜੀ ਵੀ ਕਹਿ ਰਹੇ ਨੇ ਤੇ ਅਸੀਂ ਵੀ ਵਾਇਰਸ ਦੇ ਨਾਲ ਰਹਿਣਾ ਸਿੱਖ ਲਈਏ ਤੇ ਕੰਮ ਕਰਨਾ ਸਿੱਖ ਲਈਏ। ਹਰੀਆ ਨਰੀਆ ਇੱਕ ਗੈਂਗ ਹੋਇਆ ਕਰਦਾ ਸੀ, ਸਟਰੀਟ ਗੈਂਗ ਸੀ ਬੰਬੇ ਦੇ ਵਿੱਚ, ਤੇ ਉਸ ਗੈਂਗ ਦੇ ਇੱਕ ਮੈਂਬਰ ਸਨ ਮੈਂਬਰ ਪਾਰਲੀਮੈਂਟ ਨੇ ਨਾਰਾਇਣ ਰਾਣੇ, ਤੇ ਉਦੋਂ ਠਾਕਰੇ ਮੁੱਖ ਮੰਤਰੀ ਨੇ। ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਵਿਚਾਰ ਚਰਚਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਹੋਣਗੀਆਂ ਪੰਜਾਬ ਦੀ ਸਿਆਸਤ ਵਿੱਚ ਆਏ ਸਿਆਸੀ ਭੁਚਾਲ ਦਰਮਿਆਨ ਕੀ ਕਪਤਾਨ ਦੀ ਕੁਰਸੀ ਰਹੇਗੀ ਬਰਕਰਾਰ? ਦਿੱਲੀ ਗੁਰਦੁਆਰਾ ਚੋਣਾਂ ਦੇ ਨਤੀਜੇ ਕੀ ਸੁਨੇਹਾ ਲੈ ਕੇ ਆਏ? ਪੰਜਾਬ ਸਰਕਾਰ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਕਿਹੜਾ ਕੀਤਾ ਐਲਾਨ? ਇਸ ਤੋਂ ਇਲਾਵਾ ਕੁਝ ਹੋਰ ਭਖਦੇ ਮੁੱਦਿਆਂ ਤੇ ਜਾਣਾਂਗੇ ਆਪਣੇ ਮਾਹਿਰ ਮਹਿਮਾਨ ਦੇ ਵਿਚਾਰ। ਸੋ ਸਾਡੇ ਨਾਲ ਅੱਜ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਹੀਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਜੀ, ਕੱਲ ਦਾ ਜਿਹੜਾ ਸਿਆਸੀ ਮਾਹੌਲ ਸੀ, ਬਾਗੀਆਂ ਦੇ ਸੁਰ ਇੱਕਦਮ ਤਿੱਖੇ ਹੋ ਗਏ ਸਨ। ਉਸ ਤੋਂ ਬਾਅਦ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਬਿਆਨ, ਕੀ ਕਹਿੰਦੇ ਨੇ ਹਰੀਸ਼ ਰਾਵਤ? ਕੱਲ ਇਹ ਐਲਾਨ ਕਰ ਦਿੱਤਾ ਗਿਆ ਸੀ ਜਦੋਂ ਕਿਸਾਨ ਆਗੂਆਂ ਨਾਲ ਕੈਪਟਨ ਸਾਹਿਬ ਦੀ ਮੁਲਾਕਾਤ ਸੀ, ਉਸ ਤੋਂ ਪਹਿਲਾਂ ਜਿਹੜਾ ਸੀ ਉਹਨਾਂ ਦੀ ਕੁਰਸੀ ਨੂੰ ਵੱਡਾ ਹਲੂਣਾ ਦਿੱਤਾ ਗਿਆ ਜੀ। 32 ਵਿਧਾਇਕ ਪਲੱਸ ਮੰਤਰੀ 32 ਦੇ ਵਿੱਚ ਹੀ ਜੀ, ਇਹਨਾਂ ਦੀ ਹਾਜ਼ਰੀ ਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਾਹਰ ਮੀਡੀਆ ਨਾਲ ਆ ਕੇ ਗੱਲਬਾਤ ਕੀਤੀ ਤੇ ਆਖਿਆ ਕਿ ਸਾਨੂੰ ਹੁਣ ਇਸ ਵਿਅਕਤੀ ਤੇ ਮੁੱਖ ਮੰਤਰੀ ਵਜੋਂ ਯਕੀਨ ਨਹੀਂ ਜੀ, ਸਾਨੂੰ ਮੁੱਖ ਮੰਤਰੀ ਬਦਲਣ ਦੀ ਲੋੜ ਹੈ, ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਨਹੀਂ ਅੱਗੇ ਚੱਲਣਾ ਚਾਹੁੰਦੇ ਜੀ। ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜੋ ਕਾਫੀ ਤਿੱਖੀਆਂ ਸਨ। ਪ੍ਰਗਟ ਸਿੰਘ ਵੀ ਉੱਥੇ ਸਨ, ਚਰਨਜੀਤ ਚੰਨੀ ਵੀ ਉੱਥੇ ਸਨ, ਸੰਗਤ ਸਿੰਘ ਗਿਲਜੀਆਂ, ਹੋਰ ਵੱਡੇ ਵੱਡੇ ਘਾਗ ਆਗੂ, ਸੁਖਜਿੰਦਰ ਸਿੰਘ ਰੰਧਾਵਾ ਵੀ ਉੱਥੇ ਜਿਹੜੇ ਸੀ। ਹਾਲਾਂਕਿ ਉਹਨਾਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਵਿੱਚ ਮੁੱਖ ਐਕਸਲ ਦੇ ਤੌਰ 'ਤੇ ਉਹ ਉੱਥੇ ਸ਼ਾਮਲ ਹੋਣੇ ਚਾਹੀਦੇ ਸੀ, ਪਰ ਉਹ ਇੱਧਰ ਮੌਜੂਦ ਰਹੇ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਠੀ ਦੇ ਵਿੱਚ ਅੰਦਰ ਕੀ ਗੱਲਬਾਤ ਹੋਈ, ਪਰ ਬਾਹਰ ਆ ਕੇ ਜਿਸ ਤਰ੍ਹਾਂ ਦੇ ਤੇਵਰ ਉਹਨਾਂ ਨੇ ਵਿਖਾਏ ਨੇ, ਉਸ ਤੋਂ ਜ਼ਾਹਿਰ ਹੋ ਗਿਆ ਸੀ ਕਿ ਵੱਡੀ ਬਗਾਵਤ ਜਿਹੜੀ ਹੈ ਉਹ ਹੋ ਗਈ ਹੈ। ਉਹਨਾਂ ਨੇ ਕਹਿ ਦਿੱਤਾ ਕਿ ਇਹ ਬਾਦਲਾਂ ਨਾਲ ਰਲੇ ਹੋਏ ਨੇ, 4.5 ਸਾਲ ਅੰਦਰ ਵੜੇ ਰਹੇ ਨੇ, ਕੋਈ ਕੰਮ ਨਹੀਂ ਕੀਤਾ। ਤੇ ਅਖੀਰਲੀ ਗੱਲ ਕਿ ਜੇ ਇਹਨਾਂ ਨੂੰ ਮੂਹਰੇ ਰੱਖ ਕੇ ਪੰਜਾਬ ਵਿੱਚ ਚੋਣਾਂ ਲੜੀਆਂ ਜਾਂਦੀਆਂ ਨੇ ਤੇ ਫਿਰ ਸਰਕਾਰ ਨਹੀਂ ਬਣਨੀ, ਫਿਰ ਕਾਂਗਰਸ ਜਿਹੜੀ ਹੈ ਜਿੱਤ ਨਹੀਂ ਸਕਦੀ। ਵੱਡੀ ਗੱਲ ਆਖੀ ਗਈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਹਾਈ ਕਮਾਂਡ ਨਾਲ ਹੁਣ ਗੱਲਬਾਤ ਕਰਨ ਜਾ ਰਹੇ ਹਾਂ। 5 ਵਿਅਕਤੀਆਂ ਦਾ ਵਫਦ ਜਿਹੜਾ ਗਿਆ, ਸੋਨੀਆ ਗਾਂਧੀ ਵੱਲੋਂ ਕਹਿੰਦੇ ਨੇ ਕਿ ਉਹਨਾਂ ਨੂੰ ਨਾ ਹੋ ਗਈ ਤੇ ਸਮਾਂ ਨਹੀਂ ਦਿੱਤਾ ਗਿਆ, ਕਿ ਅਜੇ ਮੇਰੇ ਕੋਲ ਸਮਾਂ ਨਹੀਂ ਹੈ ਗੱਲਬਾਤ ਕਰਨ ਦਾ। ਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਉੱਤਰਾਖੰਡ ਦੇ ਸਾਬਕਾ
ਮੁੱਖ ਮੰਤਰੀ ਨੂੰ ਤੁਸੀਂ ਪਹਿਲਾਂ ਮਿਲ ਲਓ। ਜੀ ਦੇਹਰਾਦੂਨ ਗਏ ਨੇ, ਹਰੀਸ਼ ਰਾਵਤ ਨਹੀਂ ਆਏ। ਜੀ ਮੇਰੇ ਖਿਆਲ ਪਹਿਲੀ ਵਾਰੀ ਉੱਥੇ ਕੋਈ ਉਹਨਾਂ ਨੂੰ ਮਿਲਣ ਗਿਆ। ਜੀ ਹਰੀਸ਼ ਰਾਵਤ ਨੇ ਵੀ ਆਪਣੀ ਇੰਪੋਰਟੈਂਸ ਦਿਖਾਈ ਹੈ ਤੇ ਉਹਨਾਂ ਨੇ ਮੁਲਾਕਾਤ ਤੋਂ ਬਾਅਦ ਇਹ ਗੱਲ ਆਖ ਦਿੱਤੀ ਕਿ ਕੈਪਟਨ ਅਮਰਿੰਦਰ ਸਿੰਘ ਹੀ ਅਗਲੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਮੀਦਵਾਰ ਹੋਣਗੇ, ਜਾਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਨਹੀਂ, ਉਹਨਾਂ ਦੇ ਅਧੀਨ ਚੋਣਾਂ ਲੜੀਆਂ ਜਾਣਗੀਆਂ। ਉਹਨਾਂ ਨੇ ਇਹ ਲਫ਼ਜ਼ ਵਰਤਿਆ, ਮੁੱਖ ਮੰਤਰੀ ਦਾ ਲਫ਼ਜ਼ ਨਹੀਂ ਉਹਨਾਂ ਨੇ ਵਰਤਿਆ। ਜੀ ਸਪਸ਼ਟ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਗੂ ਹੋਣਗੇ ਚੋਣਾਂ ਦੇ ਵਿੱਚ ਪਾਰਟੀ ਦੇ। ਜੀ ਉਹਨਾਂ ਨੇ ਕਿਹਾ ਕਿ ਪੁਰਾਣੇ ਹੰਢੇ ਹੋਏ ਸਿਆਸਤਦਾਨ ਨੇ, ਸਿਆਣੇ ਨੇ, ਮੁੱਦਿਆਂ ਦਾ ਪਤਾ ਹੈ ਤੇ ਉਹ ਚੋਣਾਂ ਦੇ ਵਿੱਚ ਕਾਂਗਰਸ ਦੀ ਬੇੜੀ ਬੰਨੇ ਲਾ ਦੇਣਗੇ। ਜੀ ਇਹ ਗੱਲ ਉਹਨਾਂ ਨੇ ਆਖੀ ਆ। ਜੀ ਹੁਣ ਇਸ ਨੂੰ ਜੇ ਤਾਂ ਬਾਗੀਆਂ ਦੇ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਵੇ ਤੇ ਬਾਗੀਆਂ ਲਈ ਝਟਕਾ ਹੈ। ਜੀ ਬਾਗੀਆਂ ਲਈ ਝਟਕਾ ਜਿਹੜਾ ਆ ਉਹ ਪਹਿਲਾਂ ਨਹੀਂ, ਕੱਲ੍ਹ ਵੀ ਇਹਨਾਂ ਵਿੱਚੋਂ ਕੁਝ 6 ਵਿਧਾਇਕ ਜਿਹੜੇ ਸੀ ਬੱਤੀਆਂ ਦੇ ਵਿੱਚੋਂ ਉਹਨਾਂ ਨੇ ਮੋੜ ਕੱਟ ਲਿਆ ਸੀ। ਜੀ ਉਹਨਾਂ ਨੇ ਥੋੜਾ ਜਿਹਾ ਪਾਸਾ ਵੱਟ ਕੇ ਜਿਹੜਾ ਇੱਕ ਸਖਤ ਸਟੈਂਡ ਸੀ ਕਿ ਕੈਪਟਨ ਨੂੰ ਲਾ ਦੇਣਾ ਚਾਹੀਦਾ ਤੇ ਹੁਣ ਬਦਲ ਦੇਣਾ ਚਾਹੀਦਾ, ਜੀ ਉੱਥੋਂ ਥੋੜਾ ਜਿਹਾ ਪਿਛਾਂਹ ਹਟੇ ਨੇ। ਜੀ ਸਟਰੈਂਥ ਤੇ ਘਟੀ ਹੈ। ਹੁਣ ਇਹਨਾਂ ਬੱਤੀਆਂ ਦੇ ਵਿੱਚ ਸਿੱਧੂ ਖੇਮੇ ਦੇ ਕੁਝ ਖਾਸ ਵਿਅਕਤੀ ਉਸ ਵੇਲੇ ਮੌਕੇ ਤੇ ਮੌਜੂਦ ਨਹੀਂ ਸੀ, ਪਰ ਕੀ ਉਹ 60-61 ਜਿਹੜੇ ਸਿੱਧੂ ਦੇ ਮਗਰ ਘੁੰਮਦੇ ਸਨ ਇੰਨੇ ਦਿਨਾਂ ਤੋਂ, ਜੀ ਕੀ ਉਹਨਾਂ ਦੇ ਵਿੱਚ ਸ਼ਾਮਲ ਸਨ? ਇਸ ਗੱਲ ਦੇ ਬਾਰੇ ਵੀ ਭੰਬਲ ਭੂਸੇ ਵਾਲੀ ਸਥਿਤੀ ਹੈ। ਜੀ ਹੁਣ ਹਰੀਸ਼ ਰਾਵਤ ਦਾ ਪੱਖ ਦੇਖਦੇ ਹਾਂ ਕਿ ਉਹਨਾਂ ਨੇ ਇਹ ਬਿਆਨ ਇਹਨਾਂ 5 ਵਿਅਕਤੀਆਂ ਦੀ ਤਸੱਲੀ ਕਰਵਾਉਣ ਤੋਂ ਬਾਅਦ ਦਿੱਤਾ ਹੈ। ਜੀ ਉਹ 5 ਵਿਅਕਤੀ ਅਜੇ ਤੱਕ ਬੋਲੇ ਨਹੀਂ। ਜੀ ਕੀ ਉਹਨਾਂ ਨੇ ਹਾਈ ਕਮਾਂਡ ਦੇ ਇਸ਼ਾਰੇ ਤੇ ਇਹ ਬਿਆਨ ਦਿੱਤਾ ਹੈ, ਜਾਂ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਕੋਈ ਗੱਲਬਾਤ ਹੋਈ ਹੈ? ਜੀ ਇਸ ਗੱਲ ਦਾ ਮੈਂ ਦੂਸਰੇ ਤਰੀਕੇ ਨਾਲ ਪੁੱਟ ਅਪ ਕਰਦਾ। ਹਰੀਸ਼ ਰਾਵਤ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨੇ। ਜੀ ਉਹ ਚਾਹੁੰਦੇ ਨਹੀਂ ਹੋਣਗੇ ਕਿ ਉਹ ਵੀ ਸਿਆਣੇ ਆਗੂ ਨੇ। ਉੱਤਰਾਖੰਡ ਜੋ ਨਵਾਂ ਬਣਿਆ ਸੂਬਾ ਸੀ ਤੇ ਅੱਗੇ ਚੋਣਾਂ ਜਦੋਂ ਪੰਜਾਬ 'ਚ ਹੋਣੀਆਂ ਨੇ, ਉੱਤਰਾਖੰਡ ਵਿੱਚ ਵੀ ਉੱਥੇ ਉਦੋਂ ਹੀ ਹੋਣੀਆਂ ਨੇ। ਜੀ ਉਹ ਨਹੀਂ ਚਾਹੁੰਦੇ ਹੋਣਗੇ ਕਿ ਮੇਰੇ ਨਾਲ ਨਾਂ ਦੇ ਨਾਲ ਸਾਬਕਾ ਲੱਗਾ ਰਹੇ। ਜੀ ਤੇ ਜੇ ਉਹ ਇਹ ਕਹਿ ਦੇਣ ਕਿ ਇਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਬਾਕੀਆਂ ਨੂੰ ਭਰੋਸਾ ਨਹੀਂ ਰਿਹਾ, ਇਸ ਕਰਕੇ ਠੋਸ ਫੈਸਲਾ ਅਸੀਂ ਲੈ ਸਕਦੇ ਹਾਂ, ਜੀ ਤੇ ਇਸ ਨਾਲ ਉਹਨਾਂ ਤੇ ਵੀ ਉਂਗਲੀ ਉੱਠ ਸਕਦੀ ਹੈ। ਨਾਰਾਜ਼ ਆਗੂ ਤੇ ਹਰ ਜਗ੍ਹਾ ਹੁੰਦੇ ਨੇ। ਜੀ ਹਰੀਸ਼ ਰਾਵਤ ਨੇ ਆਪਣੀ ਵੀ ਗੱਲ ਦ੍ਰਿੜਤਾ ਨਾਲ ਕਰ ਲਈ ਆ ਉੱਥੇ ਉਨੀ ਕੁ, ਜੀ ਪਰ ਹਰੀਸ਼ ਰਾਵਤ ਪਹਿਲਾਂ ਜਿੰਨੀ ਕੁ ਵਾਰੀ ਉਹਨਾਂ ਨੇ ਪਿਛਲੇ ਵੀ ਬਿਆਨ ਦਿੱਤੇ ਨੇ, ਉਹਨਾਂ ਤੋਂ ਬਾਅਦ ਵਿੱਚ ਉਹਨਾਂ ਨੂੰ ਮਾੜਾ ਮੋਟਾ ਪਲਟਣਾ ਪਿਆ। ਜੀ ਉਹਨਾਂ ਨੇ ਇਹ ਗੱਲ ਆਖ ਦਿੱਤੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਨਾਲ ਹੀ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਗਿਆ ਸੀ, ਉਹਨਾਂ ਦੀ ਮਨਜ਼ੂਰੀ ਨਾਲ ਹੀ ਥਾਪਿਆ ਗਿਆ ਸੀ। ਜੀ ਉਹਨਾਂ ਦੀ ਇਸ ਗੱਲ ਦੇ ਵਿੱਚ ਥੋੜਾ ਮੈਨੂੰ ਕਿੰਤੂ ਪ੍ਰੰਤੂ ਜਾਪਦਾ ਹੈ, ਜੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਬਣਨ ਤੋਂ ਬਾਅਦ ਵੀ ਇਹ ਕਹਿੰਦੇ ਸੀ ਕਿ ਜਿੰਨੀ ਦੇਰ ਤੱਕ ਉਹ ਮਾਫੀ ਨਹੀਂ ਮੰਗਦੇ ਤੇ ਮੈਂ ਇਹਨਾਂ ਨੂੰ ਪ੍ਰਧਾਨ ਮੰਨਣ ਤੋਂ ਇਨਕਾਰੀ ਹਾਂ। ਤੇ ਕੁਲਦੀਪ ਜੀ, ਮੈਂ ਪੁੱਛਣਾ ਚਾਹੁੰਦੀ ਸੀ ਵੀ 4.5 ਸਾਲਾਂ ਬਾਅਦ ਇਹ ਬਾਗੀ ਕਿਉਂ ਖੜੇ ਹੋਏ? ਪਹਿਲਾਂ 4.5 ਸਾਲ ਪਹਿਲਾਂ ਅਹੁਦਿਆਂ ਦੇ ਸੁੱਖ ਮਾਣਦੇ ਰਹੇ, ਸੁੱਖ ਸਹੂਲਤਾਂ ਲੈਂਦੇ ਰਹੇ, ਤੇ ਹੁਣ ਉਹਨਾਂ ਨੂੰ ਇਸ ਵੇਲੇ ਕਿਉਂ ਚੇਤਾ ਆਇਆ? ਬੇਸਿਕਲੀ ਜਿਹੜੇ ਮੁੱਦੇ ਉਹਨਾਂ ਨੇ ਉਠਾਏ ਨੇ, ਜੇ ਅਸੀਂ ਇਹ ਗੱਲ ਮੰਨ ਲਈਏ ਕਿ ਬਾਦਲ ਗਰੁੱਪ ਦੇ ਨਾਲ ਅਕਾਲੀ ਦਲ ਦੇ ਨਾਲ ਸਾਂਝ ਦਾ ਜ਼ਿਕਰ ਜਿਹੜਾ ਤ੍ਰਿਪਤ ਬਾਜਵਾ ਸਾਹਿਬ ਨੇ ਕੀਤਾ ਜੀ ਕਿ ਉਹਨਾਂ ਨਾਲ ਰਲੇ ਹੋਏ ਨੇ ਤੇ ਉਹਨਾਂ ਨਾਲ ਸੰਬੰਧਿਤ ਜਿਹੜੇ ਮੁੱਦੇ ਨੇ ਉਹਨਾਂ ਨੂੰ ਹੱਥ ਨਹੀਂ ਪਾ ਰਿਹਾ। ਹੁਣ ਅਕਸਰ ਕਿਸੇ ਮੁੱਦੇ ਨੂੰ ਹੱਲ ਹੋਣ ਨੂੰ ਕੋਈ ਸਮਾਂ ਚਾਹੀਦਾ ਹੁੰਦਾ ਹੈ। ਜੀ ਜੇ ਅਸੀਂ ਬੇਅਦਬੀ ਦੀ ਗੱਲ ਕਰ ਲਈਏ, ਜਾਂ ਬੇਰੁਜ਼ਗਾਰੀ ਦੀ ਗੱਲ ਕਰ ਲਈਏ, ਨਸ਼ਿਆਂ ਦਾ ਮਾਮਲਾ ਕਰ ਲਈਏ, ਤੇ ਜਾਂ ਰੇਤ ਮਾਫੀਆ, ਲੈਂਡ ਮਾਫੀਆ, ਕੇਬਲ ਮਾਫੀਆ, ਸਾਰਾ ਟਰਾਂਸਪੋਰਟ ਦੀ ਵੀ ਗੱਲ ਲਾ ਲਈਏ, ਜੀ ਇਹ ਸਾਰੇ ਤੇ ਕਾਬੂ ਪਾਉਣ ਲਈ ਕੋਈ ਸਮਾਂ ਚਾਹੀਦਾ ਹੁੰਦਾ ਹੈ। ਜੀ ਪਰ ਇਹ ਗੱਲ ਤੁਹਾਡੀ ਠੀਕ ਹੈ ਕਿ 4.5 ਸਾਲ ਬਹੁਤ ਜ਼ਿਆਦਾ ਲੰਬਾ ਸਮਾਂ ਹੈ। ਜੀ ਇਹ ਸਮਾਂ ਹੱਦ ਤੋਂ ਹੱਦ 2.5 ਜਾਂ 3 ਸਾਲ ਦਾ ਹੋਣਾ ਚਾਹੀਦਾ ਸੀ। ਜੇ ਅੱਜ ਵਿੱਚੋਂ ਕਈ ਵਿਧਾਇਕ ਇਹ ਕਹਿੰਦੇ ਨੇ ਕਿ ਮੁੱਦੇ ਜਿਹੜੇ ਉਠਾਏ ਜਾ ਰਹੇ ਨੇ ਉਹ ਤਾਂ ਠੀਕ ਨੇ, ਜੀ ਪਰ ਹੁਣ ਇਹਨਾਂ ਤੇ ਜੇ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਰਹਿਣ ਤੇ ਇਹਨਾਂ ਮੁੱਦਿਆਂ ਤੇ ਕੰਮ ਕੀਤਾ ਜਾਵੇ, ਜੀ ਕਿਹੜਾ ਕੰਮ ਹੋਵੇਗਾ? ਘਰ ਘਰ ਨੌਕਰੀ ਦੇਣ ਦਾ ਵਾਅਦਾ, ਜੀ ਪਟਵਾਰੀਆਂ ਦੀ ਭਰਤੀ ਲਈ ਅਰਜ਼ੀਆਂ ਖੋਲੀਆਂ, ਜੀ ਪ੍ਰੀਖਿਆਵਾਂ ਹੋ ਰਹੀਆਂ ਨੇ, ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆ ਰਹੇ ਨੇ, ਜੀ ਤੇ ਤੁਸੀਂ ਰਿਜ਼ਲਟ ਕੀ ਕੱਢਦੇ ਹੋ ਕਿ ਪੁਰਾਣੇ ਪਟਵਾਰੀਆਂ ਨੂੰ ਭਰਤੀ ਕਰ ਲਓ ਭਾਈ। ਜੀ ਜਿਹੜੇ ਰਿਟਾਇਰ ਹੋਏ ਨੇ 64 ਸਾਲ ਤੋਂ ਘੱਟ ਉਮਰ ਵਾਲੇ, ਜੀ ਉਹਨਾਂ ਨੂੰ ਬੁਲਾਓ, ਉਹਨਾਂ ਨੂੰ ਇੱਕ ਫਿਕਸ ਪੈਕੇਜ ਦੇਵਾਂਗੇ ਤੇ ਪੈਨਸ਼ਨ ਤੇ ਉਹਨਾਂ ਨੂੰ ਆਉਂਦੀ ਰਹੇਗੀ, ਤੇ ਬਾਕੀ ਉਹਨਾਂ ਨੂੰ ਬੁਲਾ ਕੇ ਦੁਬਾਰਾ ਕੰਮ ਤੇ ਲਾ ਦਿਓ, ਉਹਨਾਂ ਨੂੰ ਟ੍ਰੇਨਿੰਗ ਦੇਣ ਦੀ ਲੋੜ ਨਹੀਂ। ਇਹ ਕੰਮ ਚਲਾਓ ਕੰਮ। ਬਹੁਤ ਮੁੱਦਿਆਂ ਤੇ ਇਹੋ ਜਿਹਾ ਕੰਮ ਜਿਹੜਾ ਸਰਕਾਰ ਨੇ ਕੀਤਾ। ਜੇ ਗੰਨਾ ਕਾਸ਼ਤਕਾਰਾਂ ਦੇ ਮੁੱਦੇ ਦੀ ਅਸੀਂ ਗੱਲ ਕਰੀਏ, ਇਹ ਤੇ ਐਨ ਮੌਕੇ ਤੇ ਆ ਕੇ ਜਦੋਂ ਕਿਸਾਨਾਂ ਨੇ ਕਹਿ ਹੀ ਦਿੱਤਾ ਕਿ ਅਸੀਂ ਹੁਣ ਤਾਂ ਉਠਾਂਗੇ, ਤੇ ਜਦੋਂ ਤੁਸੀਂ ਭਾਅ ਕਰੋਗੇ, ਕਿੱਥੇ ਤੁਸੀਂ 15 ਰੁਪਏ ਵਧਾ ਰਹੇ ਹੋ। ਮਾਹਿਰ ਤੁਹਾਡੇ ਕਹਿ ਰਹੇ ਨੇ ਕਿ 355-60 ਹੋਣਾ ਚਾਹੀਦਾ ਹੈ, ਤੇ ਤੁਹਾਨੂੰ 360 ਕਰਦੇ ਹੁਣ 35 ਰੁਪਏ ਤੁਸੀਂ 15 ਤੋਂ ਅਵੱਬ ਪਾ ਰਹੇ ਹੋ।
ਸਹੀ ਮਾਇਨਿਆਂ ਦੇ ਵਿੱਚ 2020-21 ਦਾ ਜਿਹੜਾ ਪੜਾਈ ਸੀਜ਼ਨ ਸੀ ਉਸ ਨਾਲੋਂ 50 ਰੁਪਏ ਵੱਧ ਪਾਏ ਗਏ ਨੇ ਜੀ ਸੋ ਇਹ ਦੇਖੋ ਸਰਕਾਰ ਨੇ ਫੈਸਲੇ ਤੇ ਆ ਨੱਕੇ ਤੇ ਆ ਕੇ ਲਏ ਨੇ ਜੀ ਇਹਨਾਂ ਨੇ ਕੋਈ ਪ੍ਰੋਐਕਟਿਵ ਹੋ ਕੇ ਤੇ ਕੰਮ ਕੋਈ ਕੀਤਾ ਨਹੀਂ ਜੀ ਬੇਅਦਬੀ ਕਾਂਡ ਦੀ ਜਾਂਚ ਗੋਲੀ ਕਾਂਡ ਦੀ ਜਾਂਚ ਉਹ ਸਾਰੇ ਮਾਮਲੇ ਲਟਕਦੇ ਕਿਤੇ ਪਹੁੰਚ ਗਏ ਨੇ ਇੱਕ ਕਮੇਟੀ ਬਣੀ ਹੋਈ ਹੈ ਜਾਂਚ ਕਮੇਟੀ ਇੱਕ ਸਿੱਟ ਬਣੀ ਹੈ ਦੂਸਰੀ ਹੋਰ ਬਿਠਾ ਦਿੱਤੀ ਹੈ ਉਹ ਰਿਪੋਰਟ ਕਦੋਂ ਦੇਵੇਗੀ ਤੇ ਕੀ ਕਰੇਗੀ ਇਸ ਗੱਲ ਬਾਰੇ ਕੋਈ ਪਤਾ ਨਹੀਂ ਪਰ ਮੈਂ ਸਮਝਦਾ ਕਿ ਬਾਗੀ ਸੁਰਾਂ ਉੱਠੀਆਂ ਨੇ ਹੌਲੀ ਇੱਕ ਗੱਲ ਹੋਰ ਹੈ ਕਿ ਬਾਗੀ ਸੁਰਾਂ ਜਿਹੜੀਆਂ ਉੱਠੀਆਂ ਨੇ ਇਹਨਾਂ ਵਿੱਚ ਅਜੇ ਵੀ ਜਿਹੜਾ ਹੈ ਕਿਤੇ ਨਾ ਕਿਤੇ ਜਗ੍ਹਾ ਹੈ ਇਹੋ ਜਿਹੀ ਜਿੱਥੇ ਕੁਝ ਰਾਜੀਨਾਮਾ ਹੋ ਸਕਦਾ ਹੈ ਤੇ ਕੁਲਦੀਪ ਜੀ ਜਿਹੜੇ ਬਾਗੀ ਖੜੇ ਹੋਏ ਨੇ ਹੁਣ ਹਰੀਸ਼ ਰਾਵਤ ਦੇ ਬਿਆਨ ਤੋਂ ਬਾਅਦ ਇਹ ਬਾਗੀਆਂ ਦਾ ਕੀ ਬਣੇਗਾ ਭਲਾ ਬਾਗੀਆਂ ਲਈ ਦੇਖੋ ਇੱਕ ਗੱਲ ਹੈ ਇੱਕ ਲਫ਼ਜ਼ ਹੈ ਅੰਗਰੇਜ਼ੀ ਦਾ ਰਿਜ਼ੈਂਟਮੈਂਟ ਨਾਰਾਜ਼ ਹੋਣ ਲਈ ਤੇ ਹਰੀਸ਼ ਰਾਵਤ ਨੇ ਕਿਹੜਾ ਕੰਮ ਸ਼ੁਰੂ ਕੀਤਾ ਸੀ ਕਿਹੜੀ ਡਿਪਲੋਮੇਸੀ ਸੀ ਲੰਚ ਡਿਪਲੋਮੇਸੀ ਸਿੱਧੂ ਨੂੰ ਵੀ ਲੰਚ ਤੇ ਉਹਨਾਂ ਨੇ ਛਕਾਇਆ ਜਾਂ ਛਕਿਆ ਉਹਨਾਂ ਕੋਲੋਂ ਆਪ ਤੇ ਗੱਲ ਨਾ ਬਣੀ ਪਰ ਕਈ ਵਾਰੀ ਜਿਵੇਂ ਕਹਿੰਦੇ ਨੇ ਕਿ ਕੁਛ ਆਗੂ ਚਾਹ ਦੇ ਕੱਪ ਤੇ ਇਹਨਾਂ ਦੇ ਆਪਸੀ ਆਗੂਆਂ ਨੇ ਗੱਲ ਕੀਤੀ ਸੀ ਕਿ ਚਾਹ ਦੇ ਕੱਪ ਤੇ ਹੀ ਉਹ ਰਜ਼ਾਮੰਦ ਹੋ ਗਏ ਤੇ ਬਿਨਾਂ ਗੱਲ ਤੋਂ ਰਜ਼ਾਮੰਦ ਵੀ ਕਈ ਵਾਰੀ ਹੋ ਜਾਂਦੇ ਨੇ ਕਈ ਗੁੱਸੇ ਹੋ ਕੇ ਬੈਠੇ ਰਹੇ ਵਿਰੋਧੀ ਧਿਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਤੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ MLA ਬਣੇ ਸਨ ਤੇ ਉਹ ਜਿਹੜਾ ਸੀ ਉਹ ਜਦੋਂ ਇਹ ਸਾਰਾ ਹੀ ਇਹ ਪੋਲਿਟਿਕਸ ਚੱਲਦੀ ਹੈ ਜਿਹੜੀ ਗੇਮ ਚੱਲਦੀ ਹੈ ਤੇ ਉਸ ਦੇ ਵਿੱਚ ਸੁਖਪਾਲ ਖਹਿਰਾ ਜਿਹੜੇ ਨੇ ਕਾਂਗਰਸ ਵਿੱਚ ਆ ਜਾਂਦੇ ਨੇ ਪਾਲੇ ਬਦਲੇ ਜਾ ਰਹੇ ਨੇ ਬਹੁਤ ਜ਼ਿਆਦਾ ਇਸ ਵੇਲੇ ਜਿਵੇਂ ਹੁਣ ਖਬਰਾਂ ਆ ਰਹੀਆਂ ਨੇ ਕਿ ਸੇਵਾ ਸਿੰਘ ਸੇਖਮਾ ਜਿਹੜੇ ਨੇ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਨੇ ਸਾਬਕਾ ਅਕਾਲੀ ਮੰਤਰੀ ਹੁਣ ਇਸ ਤਰ੍ਹਾਂ ਦੀਆਂ ਖਬਰਾਂ ਹੋਰ ਵੀ ਬਹੁਤ ਆਉਣਗੀਆਂ ਪਰ ਇਹਨਾਂ ਬਾਗੀਆਂ ਦੀ ਜਿਹੜੀ ਮੈਂ ਗੱਲ ਕਰਦਾ ਸੀ ਨਾਰਾਜ਼ ਹੋਣਾ ਤੇ ਬਾਗੀ ਹੋ ਜਾਣਾ ਆਊਟਰਾਈਟਲੀ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਬਹੁਤ ਅੰਤਰ ਹੈ ਬਾਗੀ ਜਦੋਂ ਕੋਈ ਹੋ ਜਾਂਦਾ ਹੈ ਤੇ ਫਿਰ ਬਾਗੀ ਲਈ ਉਸ ਖੇਮੇ ਵਿੱਚ ਵਾਪਸ ਪਰਤਣਾ ਜਿਹੜਾ ਉਹ ਮੁਸ਼ਕਲ ਹੋ ਜਾਂਦਾ ਜੇ ਪਰਤ ਵੀ ਆਵੇ ਤੇ ਜਿਹੜੀਆਂ ਗੱਲਾਂ ਉਸਨੇ ਇੰਨੀ ਸਟਰੋਂਗਲੀ ਕਹਿ ਦਿੱਤੀਆਂ ਹੁੰਦੀਆਂ ਨੇ ਬਾਗੀ ਪੁਣੇ ਦੇ ਵਿੱਚ ਉਹ ਫਿਰ ਕਈ ਵਾਰੀ ਉਸ ਨੂੰ ਭਵਿੱਖ ਦੇ ਵਿੱਚ ਖਾਣ ਆਉਂਦੀਆਂ ਨੇ ਹਾਲਾਂਕਿ ਪੋਲਿਟਿਕਸ ਦੇ ਵਿੱਚ ਜਰ ਲਿਆ ਜਾਂਦਾ ਸਭ ਕੁਝ ਭੁਲਾ ਦਿੱਤਾ ਜਾਂਦਾ ਹੈ ਜੇ ਕੈਪਟਨ ਨਵਜੋਤ ਸਿੰਘ ਸਿੱਧੂ ਨੇ ਡਾਕਟਰ ਮਨਮੋਹਨ ਸਿੰਘ ਦੇ ਬਾਰੇ ਕਹੇ ਹੋਏ ਇੰਨੇ ਸਖਤ ਲਫ਼ਜ਼ ਪੈਰੀਂ ਹੱਥ ਲਾ ਕੇ ਖੜਾ ਛੁਡਾ ਲਿਆ ਸੀ ਤੇ ਬਾਗੀਆਂ ਨੂੰ ਕੋਈ ਇਦਾਂ ਦਾ ਕੰਮ ਕਰਨਾ ਪਏਗਾ ਮੈਨੂੰ ਲੱਗਦਾ ਹੈ ਪਰ ਅਜੇ ਬਾਗੀਆਂ ਲਈ ਵਾਪਸੀ ਦਾ ਰਸਤਾ ਜਿਹੜਾ ਉਹ ਮੁਸ਼ਕਲ ਹੈ ਜੇ ਇਹ ਬਾਗੀ ਪਾਰਟੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਸਲਾ ਜਿਹੜਾ ਉਹਨਾਂ ਨੇ ਖੜਾ ਕੀਤਾ ਹੈ ਤੇ ਪਾਰਟੀ ਛੱਡਣ ਤੱਕ ਦੀ ਨੌਬਤ ਉਹਨਾਂ ਨੂੰ ਆ ਸਕਦੀ ਹੈ ਪਰ ਗੱਲ ਕੱਲ ਸਾਹਮਣੇ ਆਈ ਸੀ ਕਿ ਇਹ ਬਾਗੀ ਐਵੇਂ ਨਹੀਂ ਹੋਏ ਇੱਕ ਗੱਲ ਸਾਹਮਣੇ ਆ ਰਹੀ ਸੀ ਕਿ ਸ਼ਾਇਦ ਮੰਤਰੀ ਮੰਡਲ ਦੇ ਵਿੱਚ ਫੇਰਬਦਲ ਕੀਤਾ ਜਾ ਰਿਹਾ ਤੇ ਕੁਝ ਇੱਕ ਲੋਕਾਂ ਦੇ ਨਾਮ ਬਿਲਕੁਲ ਕੱਟੇ ਜਾ ਰਹੇ ਸਨ ਤੇ ਇਸ ਕਰਕੇ ਇਹ ਮੀਟਿੰਗ ਉਹਨਾਂ ਨੂੰ ਖੜੇ ਪੈਰ ਕਰਨੀ ਪਈ ਹੈ ਤੇ ਕੁਲਦੀਪ ਜੀ ਆਪਾਂ ਇਸੇ ਮੁੱਦੇ ਤੇ ਵਾਪਸ ਪਰਤਦੇ ਹਾਂ ਬ੍ਰੇਕ ਤੋਂ ਬਾਅਦ ਸੋ ਪੰਜਾਬੀ ਨੈਸ਼ਨਲ ਟੀਵੀ ਤੇ ਵਿਚਾਰ ਚਰਚਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਕੁਲਦੀਪ ਜੀ ਗੱਲ ਸਿਆਸਤ ਦੀ ਚੱਲ ਰਹੀ ਹੈ ਸਿਆਸੀ ਭੁਚਾਲ ਦੀ ਚੱਲ ਰਹੀ ਹੈ ਇਸ ਦਰਮਿਆਨ ਇੱਕ ਐਸੀ ਸ਼ਖਸੀਅਤ ਜਿਹੜੇ ਬਹੁਤ ਘੱਟ ਬੋਲਦੇ ਨੇ ਮਹਾਰਾਣੀ ਪ੍ਰਨੀਤ ਕੌਰ ਦਾ ਨਾਮ ਹੈ ਇਸ ਵੇਲੇ ਉਹ ਕੁਝ ਬੋਲ ਰਹੇ ਨੇ ਕਿਹਦੇ ਖਿਲਾਫ ਕੀ ਬੋਲਿਆ ਉਹਨਾਂ ਨੇ ਜ਼ਾਹਿਰਾ ਤੌਰ ਤੇ ਉਹਨਾਂ ਨੇ ਹਮਾਇਤ ਜਿਹੜੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਰਨੀ ਹੈ ਜੀ ਬਹੁਤ ਘੱਟ ਨਿੱਤਰਦੇ ਨੇ ਇਸ ਤਰ੍ਹਾਂ ਮੈਦਾਨ ਵਿੱਚ ਤੇ ਅੱਜ ਉਹ ਪ੍ਰੈਸ ਨੂੰ ਰੂਬਰੂ ਹੋ ਕੇ ਬੋਲੇ ਨੇ ਜੀ ਉਹਨਾਂ ਨੇ ਇਹ ਗੱਲ ਆਖੀ ਹੈ ਕਿ 4.5 ਸਾਲ ਹੋ ਗਏ ਇੰਨਾ ਵਧੀਆ ਸਾਰਾ ਕੁਝ ਚੱਲ ਰਿਹਾ ਸੀ ਤੇ ਅਚਾਨਕ ਹੀ ਹੋ ਗਿਆ ਜੀ ਜਾਂ ਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਬੀਬੀ ਪ੍ਰਨੀਤ ਕੌਰ ਨੂੰ ਜਾਣਕਾਰੀ ਦੀ ਘਾਟ ਹੈ ਜੀ ਤੇ ਜਾਂ ਫਿਰ ਉਹ ਇਸੇ ਇਮੋਸ਼ਨਸ ਦੇ ਵਹਿਣ ਦੇ ਵਿੱਚ ਕਿ ਉਹਨਾਂ ਦੇ ਪਤੀ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਉਹਨਾਂ ਦੇ ਖਿਲਾਫ ਜਿਹੜੀ ਬਗਾਵਤ ਉੱਠੀ ਹੈ ਉਹ ਜਾਇਜ਼ ਨਹੀਂ ਉਸੇ ਵਹਾਅ ਦੇ ਵਿੱਚ ਗੱਲ ਕਰ ਰਹੇ ਨੇ ਜੀ ਇਹ ਮੈਨੂੰ ਦੂਸਰੀ ਗੱਲ ਹੀ ਜ਼ਿਆਦਾ ਵਾਜਬ ਜਾਪਦੀ ਹੈ ਜੀ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਜਿੰਨਾ ਕਲੇਸ਼ ਪਿਆ ਹੋਇਆ ਹੈ ਇਸ ਲਈ ਜ਼ਿੰਮੇਵਾਰ ਸਿਰਫ ਸਿੱਧੂ ਹੈ ਜੀ ਸਿੱਧੂ ਤੇ ਨਿਸ਼ਾਨਾ ਲਾਉਣਾ ਤੇ ਉਹਨਾਂ ਦਾ ਜਾਇਜ਼ ਲੱਗਦਾ ਹੈ ਜੀ ਕਿ ਉਹਨਾਂ ਕੋਲ ਨਿਸ਼ਾਨੇ ਤੇ ਲਾਉਣ ਲਈ ਹੋਰ ਕੋਈ ਹੈ ਨਹੀਂ ਜੀ ਪਰ ਕੱਲ ਦਾ ਜਿਹੜਾ ਘਟਨਾਕ੍ਰਮ ਹੋਇਆ ਤੁਸੀਂ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਜੇ ਤੱਕ ਕੋਈ ਬਿਆਨ ਜਨਤਕ ਨਹੀਂ ਕੀਤਾ ਗਿਆ ਜੀ 6 ਵਿਧਾਇਕ ਪਿੱਛੇ ਹਟ ਕੇ ਨੇ ਜਿਨ੍ਹਾਂ ਵਿੱਚ ਰਾਜਾ ਵੜਿੰਗ ਦਾ ਵੀ ਨਾਮ ਹੈ ਗੁਰਕੀਰਤ ਕੋਟੜੀ ਵੀ ਨੇ ਅਜੀਤਿੰਦਰ ਸਿੰਘ ਮੋਫਰ ਵੀ ਨੇ ਜੀ
ਉਹਨਾਂ ਨੇ ਕਿਹਾ ਕਿ ਅਸੀਂ ਅਜਿਹੇ ਕਿਸੇ ਮੁਹਿੰਮ ਦਾ ਹਿੱਸਾ ਨਹੀਂ, ਭਾਵੇਂ ਅਸੀਂ 100 ਨਾਰਾਜ਼ ਹੋਈਏ, ਪਰ ਕੈਪਟਨ ਨੂੰ ਹਟਾਉਣ ਲਈ ਅਸੀਂ ਮੁਹਿੰਮ ਦਾ ਹਿੱਸਾ ਨਹੀਂ। ਜੀ ਇਹ ਝਟਕਾ ਸੀ ਵੈਸੇ 32 ਮੈਂਬਰਾਂ ਦੇ ਵਿੱਚੋਂ ਜਿਹੜੇ 5 ਆਗੂ ਗਏ ਹੋਏ ਨੇ ਦੇਹਰਾਦੂਨ, ਉਹਨਾਂ ਵਾਸਤੇ। ਜੀ ਤੇ ਮਹਾਰਾਣੀ ਪ੍ਰਨੀਤ ਕੌਰ ਦਾ ਇਹ ਕਹਿਣਾ ਕਿ ਸਿੱਧੂ ਹੀ ਜ਼ਿੰਮੇਵਾਰ ਹੈ ਸਾਰੇ ਕਾਸੇ ਲਈ, ਇਹ ਕੋਈ ਘਰ ਦਾ ਕਲੇਸ਼ ਥੋੜ੍ਹਾ ਪਿਆ ਹੋਇਆ। ਜੀ ਹਾਲਾਂਕਿ ਕਿਸੇ ਦੇ ਇਹ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ, ਇਹ ਤੇ ਸਰਕਾਰ ਦੇ ਕੰਮਕਾਜ ਦੇ ਬਾਰੇ ਮੁੱਦੇ ਉਠਾਏ ਗਏ ਨੇ। ਜੀ ਕਲੇਸ਼ ਉਹਨਾਂ ਨੇ ਕੀ, ਉਹ ਤੇ ਜਦੋਂ ਉਹਨਾਂ ਦਾ ਤਾਜਪੋਸ਼ੀ ਸਮਾਗਮ ਹੁੰਦਾ ਹੈ ਤੇ ਕੈਪਟਨ ਉਹਨਾਂ ਨੂੰ ਦੱਸਦੇ ਨੇ ਕਿ ਕਿਵੇਂ ਨਵਜੋਤ ਕਹਿ ਕੇ ਪੁਕਾਰਦੇ ਨੇ ਜੀ ਤੇ ਮੈਂ ਇਹਨਾਂ ਨੂੰ ਖਿਡਾਉਂਦਾ ਰਿਹਾ ਤੇ ਸਾਡੇ ਆਪਸੀ ਸੰਬੰਧ ਕਿਸ ਤਰ੍ਹਾਂ ਦੇ ਸਨ ਫੈਮਲੀਜ਼ ਦੇ, ਜੀ ਪਟਿਆਲੇ ਤੋਂ ਨੇ ਦੋਨੇ ਤਰ੍ਹਾਂ। ਇਹ ਉਹਨਾਂ ਦੀ ਗੱਲ ਦੀ ਕਲੈਰਿਟੀ ਦੇ ਵਿੱਚ ਨੇ ਕਿ ਕਲੇਸ਼ ਉਹ ਕਿਸ ਗੱਲ ਨੂੰ ਕਹਿ ਰਹੇ ਨੇ, ਜੀ ਜਾਂ ਅਸਲ ਵਿੱਚ ਕਾਂਗਰਸ ਹਾਈ ਕਮਾਂਡ ਦਾ ਵੀ ਤੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦਾ, ਪੁਰਾਣੀ ਲੀਡਰਸ਼ਿਪ ਦਾ ਇਹੋ ਹੀ ਪਹਿਲੇ ਦਿਨ ਤੋਂ ਸਿਸਟਮ ਰਿਹਾ ਕਿ ਕਿਸੇ ਤਰੀਕੇ ਦੱਬ ਘੁੱਟ ਕੇ ਜਿਹੜਾ ਹੈ ਇਸ ਸਮੇਂ ਨੂੰ ਪਾਸ ਕਰ ਲਿਆ ਜਾਵੇ, ਜਿਹੜਾ ਕਿ ਹੁਣ ਹੁੰਦਾ ਜਾਪਦਾ ਨਹੀਂ। ਜੀ ਪਰ ਜਿਹੜਾ ਕੱਲ ਦਾ ਸਟੈਂਡ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਲਿਆ, ਉਸ ਦੀ ਵਿਰੋਧ ਦੇ ਵਿੱਚ ਸਿੱਧੂ ਦੇ ਸਲਾਹਕਾਰਾਂ ਦੇ ਖਿਲਾਫ ਕੁਝ ਆਗੂਆਂ ਨੇ ਤਾਂ ਗੱਲ ਕੀਤੀ ਹੈ, ਜੀ ਪਰ ਉਹ ਸਲਾਹਕਾਰਾਂ ਦੀ ਗੱਲ ਨੂੰ ਇੰਨਾ ਰਿੜਕੀ ਜਾਣਾ ਕੋਈ ਬਹੁਤਾ ਵਾਜਬ ਜਾਪਦਾ ਨਹੀਂ। ਜੀ ਤੇ ਕੁਲਦੀਪ ਜੀ, ਸਿਆਸਤ ਤੋਂ ਹਟ ਕੇ ਹੁਣ ਗੁਰਦੁਆਰਾ ਚੋਣਾਂ ਤੇ ਆਉਂਦੇ ਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਪਿੱਛੇ ਜੇ ਪਈਆਂ ਸਨ ਤੇ ਅੱਜ ਨਤੀਜੇ ਐਲਾਨੇ ਜਾ ਰਹੇ ਨੇ, ਤੇ ਅੱਜ ਦੇ ਨਤੀਜੇ ਕਿਹਦੇ ਲਈ ਖਾਸ ਸੁਨੇਹਾ ਲੈ ਕੇ ਆਏ ਨੇ? ਇਹ ਸੁਨੇਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਹੈ। ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਦਿੱਲੀ ਵਿੱਚ ਫੇਸ ਚਿਹਰਾ ਮਨਜਿੰਦਰ ਸਿੰਘ ਸਿਰਸਾ ਹੈ, ਜੀ ਜੋ ਕਦੇ ਮਨਜੀਤ ਸਿੰਘ ਜੀਕੇ ਹੋਇਆ ਕਰਦੇ ਸਨ। ਜੀ ਮਨਜੀਤ ਸਿੰਘ ਜੀਕੇ ਨੂੰ ਅਮਰੀਕਾ ਦੇ ਵਿੱਚ ਮਾਰਿਆ ਕੁੱਟਿਆ ਵੀ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਜੀ ਪਰ ਕੁਝ ਫਿਰ ਇਹੋ ਜਿਹੀਆਂ ਗੱਲਾਂ ਹੋਈਆਂ ਜਿਸ ਕਰਕੇ ਮਨਜੀਤ ਸਿੰਘ ਜੀਕੇ ਨੂੰ ਅਸਤੀਫਾ ਦੇਣਾ ਪਿਆ। ਉਹ ਜਿਹੜਾ ਇੱਕ ਉਹਨਾਂ ਨੂੰ ਹਮਾਇਤ ਸੀ ਬਾਕੀ ਪਾਰਟੀ ਦੇ ਮੈਂਬਰਾਂ ਦੀ, ਉਹ ਉਹਨਾਂ ਨੂੰ ਹਾਸਲ ਨਹੀਂ ਰਹੀ ਤੇ ਮਨਜਿੰਦਰ ਸਿੰਘ ਸਿਰਸਾ ਫਿਰ ਜ਼ਿਆਦਾ ਉੱਥੇ ਕਾਬਜ਼ ਹੋ ਗਏ। ਜੀ ਇਹ ਚੋਣਾਂ ਤਕਰੀਬਨ 46 ਸੀਟਾਂ, ਜੀ ਇਸ ਦੇ ਵਿੱਚ ਪੋਲਿੰਗ ਘੱਟ ਹੋਈ ਹੈ। ਇੱਕ ਤਾਂ ਗੱਲ ਪਿਛਲੀ ਵਾਰੀ ਨਾਲੋਂ ਕੋਈ ਲੋਕਾਂ ਦਾ ਇੰਟਰਸਟ ਬਹੁਤਾ ਨਹੀਂ ਰਿਹਾ। ਜੀ ਔਰਤਾਂ ਦੀ ਜਿਹੜੀ ਇਸ ਵਿੱਚ ਸ਼ਮੂਲੀਅਤ ਆ ਉਹ ਵੀ ਘਟ ਰਹੀ ਹੈ। ਜੀ 46 ਸੀਟਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ ਆਖਰੀ ਖਬਰਾਂ ਆਉਣ ਵੇਲੇ ਤੱਕ 26 ਸੀਟਾਂ ਬਹੁਮਤ ਲਈ ਸੌਖਾ ਜਿਹੜਾ ਇੱਕ ਅੰਕੜਾ ਆ ਉਹ ਹਾਸਲ ਕਰ ਲਿਆ। ਜੀ ਇਹਨਾਂ ਵਿੱਚੋਂ ਜਿਹੜੀ ਦੂਸਰੇ ਨੰਬਰ ਤੇ ਪਾਰਟੀ ਆਈ ਆ ਪਰਮਜੀਤ ਸਿੰਘ ਸਰਨਾ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ, ਜੀ ਉਹਨਾਂ ਕੋਲ ਸੀਟਾਂ ਘੱਟ ਨੇ ਤੇ 2 ਕੁ ਸੀਟਾਂ ਜਿਹੜੀਆਂ ਨੇ ਜਾਗੋ ਪਾਰਟੀ ਮਨਜੀਤ ਸਿੰਘ ਜੀਕੇ ਨੇ ਜਿਹੜੀ ਆਪਣੀ ਪਾਰਟੀ ਬਣਾਈ ਹੋਈ ਹੈ ਜੀ ਉਹਨਾਂ ਨੂੰ ਮਿਲੀਆਂ ਨੇ। ਜੀ ਅਸਲੀ ਵੱਡਾ ਮੁਕਾਬਲਾ ਜਿਹੜਾ ਸੀ ਪਰਮਜੀਤ ਸਿੰਘ ਸਰਨਾ ਦੇ ਵਿਚਕਾਰ ਤੇ ਮਨਜਿੰਦਰ ਸਿੰਘ ਸਿਰਸਾ ਦੇ ਵਿਚਕਾਰ ਸੀ। ਜੀ ਉਸ ਵਿੱਚ ਮਨਜਿੰਦਰ ਸਿੰਘ ਸਿਰਸਾ ਜਿਹੜੇ ਨੇ ਉਹ ਤਕਰੀਬਨ 661 ਵੋਟਾਂ ਨਾਲ ਜਿਹੜੇ ਨੇ ਹਾਰ ਗਏ ਦੱਸੇ ਜਾਂਦੇ ਨੇ। ਜੀ ਇਹ ਬਿਲਕੁਲ ਬੰਗਾਲ ਦੀਆਂ ਚੋਣਾਂ ਵਾਂਗ, ਜਿਵੇਂ ਮਮਤਾ ਬੈਨਰਜੀ ਨੇ ਜਿੱਤ ਤੇ ਬਹੁਤ ਵੱਡੀ ਪ੍ਰਾਪਤ ਕੀਤੀ ਪਰ ਉਹ ਆਪਣੀ ਸੀਟ ਜਿਹੜੇ ਸੀ ਉਹ ਹਾਰ ਗਏ ਸੀ। ਜੀ ਹੁਣ ਮਨਜਿੰਦਰ ਸਿੰਘ ਸਿਰਸਾ ਤੇ ਚਲੋ ਦੁਬਾਰਾ ਕੋਈ ਸੀਟ ਦੇਖ ਕੇ ਜਾਂ ਉੱਥੋਂ ਫਾਈਟ ਕਰਨਗੇ ਜਾਂ ਕੁਝ ਹੋਵੇਗਾ, ਜੀ ਪਰ ਓਵਰਆਲ ਦਿੱਲੀ ਦੇ ਵਿੱਚ ਜਿਵੇਂ ਪਹਿਲਾਂ ਆਖਿਆ ਕਿ ਅਕਾਲੀ ਦਲ ਬਾਦਲ ਦਾ ਚਿਹਰਾ ਮਨਜਿੰਦਰ ਸਿੰਘ ਸਿਰਸਾ ਹੀ ਸਨ। ਜੀ ਕੁਝ ਕਾਰਨਾਂ ਕਰਕੇ ਉਹਨਾਂ ਦੀ ਅਹਿਮੀਅਤ ਹੋਰ ਜ਼ਿਆਦਾ ਵੱਧ ਗਈ। ਜੀ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਜਦੋਂ ਪਹਿਲੇ ਦਿਨ ਲੱਗਦੀ ਹੈ, 1-2 ਦਿਨਾਂ ਵਾਸਤੇ ਰੌਲਾ ਪੈਂਦਾ ਕਿ ਦਿੱਲੀ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਲੰਗਰ ਆਇਆ ਹੋਇਆ ਕਿਸਾਨਾਂ ਨੇ ਵਾਪਸ ਕਰ ਦਿੱਤਾ। ਜੀ ਉਹ ਖਬਰ ਸੱਚ ਸੀ ਜਾਂ ਝੂਠ ਸੀ ਇਸ ਗੱਲ ਦਾ ਸਾਨੂੰ ਨਹੀਂ ਪਤਾ, ਪਰ ਉਸ ਤੋਂ ਬਾਅਦ ਜਿੰਨੇ ਦਿਨ ਮੋਰਚਾ ਲੱਗੇ ਨੂੰ ਹੋਏ ਨੇ, ਸਭ ਤੋਂ ਵੱਡਾ ਤੇ ਸਟੇਜ ਦੇ ਨਜ਼ਦੀਕ ਜਿਹੜਾ ਲੰਗਰ ਲੱਗਾ ਹੋਇਆ ਦਿੱਲੀ ਕਮੇਟੀ ਦਾ ਹੀ ਲੱਗਾ ਹੋਇਆ। ਜੀ ਮਨਜਿੰਦਰ ਸਿੰਘ ਸਿਰਸਾ ਉੱਥੇ ਇੱਕ ਪੈਰ ਤੇ ਖੜੇ, ਤੁਸੀਂ ਸਾਰਾ ਦਿਨ ਉੱਥੇ ਜਾਣ ਵਾਲਿਆਂ ਨੇ ਉਹਨਾਂ ਨੂੰ ਵੇਖਿਆ। ਜੀ ਇਸ ਤੋਂ ਬਾਅਦ ਵਿਦੇਸ਼ਾਂ ਵਿੱਚ ਨੌਜਵਾਨਾਂ ਦੀ ਬਾਂਹ ਫੜਨੀ, ਉਹਨਾਂ ਦੀ ਮਦਦ ਕਰਨੀ, ਵਿਦੇਸ਼ਾਂ ਵਿੱਚ ਸਿੱਖਾਂ ਦੀ ਸਥਿਤੀ ਕਿਹੋ ਜਿਹੀ ਆ ਉਸ 'ਤੇ ਆਵਾਜ਼ ਉਠਾਉਣੀ, ਗੱਲਬਾਤ ਕਰਨੀ, ਮਨਜਿੰਦਰ ਸਿੰਘ ਸਿਰਸਾ ਦੇ ਹਿੱਸੇ ਇਹ ਆਇਆ। ਜੀ ਨਾਲ ਦੀ ਨਾਲ ਲਾਲ ਕਿਲ੍ਹਾ ਹਿੰਸਾ ਦੇ ਮਾਮਲੇ ਦੇ ਵਿੱਚ ਜਿੰਨੇ ਵਿਅਕਤੀ ਫੜੇ ਗਏ, ਗ੍ਰਿਫਤਾਰ ਹੋਏ, ਉਹਨਾਂ ਸਾਰਿਆਂ ਦੇ ਕੇਸਾਂ ਦੀ ਪੈਰਵਾਈ ਜਿਹੜੀ ਹੈ ਉਹ ਮਨਜਿੰਦਰ ਸਿੰਘ ਸਿਰਸਾ ਤੇ ਦਿੱਲੀ ਕਮੇਟੀ ਵੱਲੋਂ ਕੀਤੀ ਗਈ। ਮਨਜਿੰਦਰ ਸਿੰਘ ਸਿਰਸਾ ਵਿਅਕਤੀਗਤ ਤੌਰ ਤੇ ਕੱਲੇ ਕੇਸ ਦੇ ਵਿੱਚ ਇੰਟਰਸਟ ਲੈ ਕੇ ਜੀ ਉਹਨਾਂ ਨੇ ਜਿਹੜੀ ਸੀ ਉਹ ਉਸ ਦੇ ਵਿੱਚ ਜਿਹੜੀ ਵਕੀਲਾਂ ਦਾ ਇੰਤਜ਼ਾਮ ਤੇ ਗਰੁੱਪ ਬਣਾ ਕੇ ਸਾਰਾ ਕੁਝ ਉਹਨਾਂ ਨੇ ਕੀਤਾ। ਜੀ ਇੱਥੋਂ ਤੱਕ ਕਿ ਜਦੋਂ ਦੀਪ ਸਿੱਧੂ ਦੀ ਜ਼ਮਾਨਤ ਦੀ ਗੱਲ ਆਈ ਤੇ ਉਹਨਾਂ ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਕਿ ਦੀਪ ਸਿੱਧੂ ਦੀ ਤੁਸੀਂ ਜ਼ਮਾਨਤ ਕਿਉਂ ਕਰਵਾਈ। ਉਹਨਾਂ ਕਿਹਾ ਕਿ ਜਿੰਨੇ ਵਿਅਕਤੀ ਫੜੇ ਗਏ ਨੇ ਮੈਂ ਸਾਰਿਆਂ ਦੀ ਜ਼ਮਾਨਤ ਕਰਾਉਣਾ ਮੇਰਾ ਫਰਜ਼ ਹੈ, ਮੈਂ ਕਿਸੇ ਇੱਕ ਦੇ ਵਿੱਚ ਭੇਦਭਾਵ ਨਹੀਂ ਕਰ ਰਿਹਾ। ਮੈਨੂੰ ਲੱਗਦਾ ਹੈ ਕਿ ਧੱਕਾ ਹੋਇਆ ਤੇ ਮੈਨੂੰ ਜ਼ਮਾਨਤ ਕਰਾਉਣੀ, ਸਾਨੂੰ ਜ਼ਮਾਨਤ ਕਰਾਉਣ ਲਈ ਅੱਗੇ ਤੁਰਨਾ ਚਾਹੀਦਾ। ਜੀ
ਲਾਲ ਕਿਲੇ ਦੇ ਮਾਮਲੇ ਦੇ ਵਿੱਚ ਜਦੋਂ ਇਹ ਕਿਹਾ ਗਿਆ ਕਿ ਕਿਸਾਨਾਂ ਨੇ ਉੱਥੇ ਹਿੰਸਾ ਕੀਤੀ ਹੈ ਤੇ ਸਾਡਾ ਇਤਿਹਾਸਿਕ ਸਥਾਨ ਰਾਸ਼ਟਰੀ ਝੰਡੇ ਦੀ ਬੇਅਦਬੀ ਕੀਤੀ ਹੈ ਤੇ ਲਾਲ ਕਿਲੇ ਦਾ ਵੀ ਉਹਨਾਂ ਨੇ ਇੱਕ ਲੰਬਾ ਚੌੜਾ ਇੱਕ ਭਾਸ਼ਣ ਜਿਹੜਾ ਦਿੱਤਾ ਸੀ ਜੋ ਕਾਫੀ ਮਕਬੂਲ ਹੋਇਆ, ਜਿਸ ਵਿੱਚ ਉਹਨਾਂ ਨੇ ਗੱਲ ਆਖੀ ਕਿ ਇਹ ਲਾਲ ਕਿਲਾ ਉਹ ਹੀ ਹੈ ਜਿੱਥੇ ਸਾਡੇ 9ਵੇਂ ਗੁਰੂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ, ਇਸ ਦੇ ਨਜ਼ਦੀਕ ਤੇ ਇੱਥੇ ਇੰਨੀਆਂ ਜਾਨਾਂ ਜਾ ਚੁੱਕੀਆਂ ਨੇ, ਇਹ ਸੱਤਾ ਦਾ ਕੇਂਦਰ ਨਹੀਂ ਹੈ, ਇੱਥੇ ਕੋਈ ਇਹੋ ਜਿਹੀ ਬੇਅਦਬੀ ਨਹੀਂ ਹੋਈ, ਇਸ ਵਾਸਤੇ ਸਰਕਾਰ ਤੇ ਪੁਲਿਸ ਜ਼ਿੰਮੇਵਾਰ ਹੈ। ਮਨਜਿੰਦਰ ਸਿੰਘ ਸਿਰਸਾ ਨੇ ਜਿਹੜੇ ਕੰਮ ਕੀਤੇ ਉਹਨਾਂ ਦੇ ਵਿੱਚ ਇਹ ਪ੍ਰਮੁੱਖ ਕੰਮ ਸਨ। ਤੇ ਕੋਵਿਡ ਦੇ ਵਿੱਚ ਜਦੋਂ ਮਹਾਮਾਰੀ ਪੂਰਨ ਰੂਪ ਦੇ ਵਿੱਚ ਵੱਡੇ ਰੂਪ 'ਚ ਫੈਲੀ ਹੋਈ ਸੀ, ਰਾਤੋਂ ਰਾਤ ਕੋਵਿਡ ਸੈਂਟਰ ਬਣਾ ਕੇ ਔਰ ਉਹਨਾਂ ਨੇ ਆਕਸੀਜਨ ਤੇ ਹੋਰ ਚੀਜ਼ਾਂ ਦੇ ਸਿਸਟਮ ਦੇ ਪ੍ਰਬੰਧ ਕੀਤੇ ਤੇ ਉਹਨਾਂ ਦਾ ਕੰਮ ਉੱਥੇ ਵੀ ਘੱਟ ਨਹੀਂ ਸੀ। ਸੋ ਇਸ ਚੀਜ਼ ਦਾ ਉਹਨਾਂ ਦੀ ਪਾਰਟੀ ਨੂੰ ਜ਼ਰੂਰ ਜਿਹੜਾ ਮੈਂ ਸਮਝਦਾ ਕਿ ਉਹਨਾਂ ਨੂੰ ਇੰਨਾ ਸਮਰਥਨ ਮਿਲਿਆ। ਪਰ ਦੂਸਰੀ ਗੱਲ ਇਹ ਖਾਸ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਆਗੂ ਇਹਨਾਂ ਚੋਣਾਂ ਵਿੱਚ ਉੱਥੇ ਪ੍ਰਚਾਰ ਕਰਨ ਲਈ ਬਿਲਕੁਲ ਨਹੀਂ ਗਏ ਕਿ ਪਤਾ ਨਹੀਂ ਅੱਗੋਂ ਕੀ ਸਵਾਲ ਜਵਾਬ ਹੋ ਜਾਣ, ਪਰ ਮਨਜਿੰਦਰ ਸਿੰਘ ਸਿਰਸਾ ਆਪਣੀ ਸੀਟ ਹਾਰ ਗਏ ਜੀ। ਤੇ ਕੁਲਦੀਪ ਜੀ, ਕੀ ਤੁਹਾਨੂੰ ਲੱਗਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਦੀ ਹਾਰ ਜਿਹੜੀ ਹੈ ਉਹ ਪਾਰਟੀ ਕਰਕੇ ਹੋਈ ਹੈ, ਕਿਉਂਕਿ ਕੰਮ ਤਾਂ ਉਹਨਾਂ ਨੇ ਚੰਗੇ ਕੀਤੇ? ਵਿਅਕਤੀਗਤ ਕਾਰਨ ਬਣ ਜਾਂਦੇ ਨੇ ਜੀ। ਕਈ ਵਾਰੀ ਕੋਈ ਇਹੋ ਜਿਹਾ ਖੇਤਰ ਹੁੰਦਾ, ਏਰੀਆ ਹੁੰਦਾ ਜਿੱਥੇ ਦੂਸਰੇ ਵਿਅਕਤੀ ਦੀ ਇੱਕ ਹਵਾ ਬਣ ਜਾਂਦੀ ਹੈ ਜਾਂ ਉਸ ਦੀ ਆਪਣੀ ਸਪੋਰਟ ਕੁਦਰਤੀ ਤੌਰ ਤੇ ਇੱਕ ਵੱਧ ਹੁੰਦੀ ਹੈ, ਓਵਰਆਲ ਐਕਸੈਪਟੈਂਸ ਹੋਣੀ। ਜਿਵੇਂ ਹੁਣ ਪੰਜਾਬ ਦੀ ਸਿਆਸਤ ਵਿੱਚ ਆ ਜਾਈਏ ਤੇ ਕੈਪਟਨ ਅਮਰਿੰਦਰ ਸਿੰਘ ਜਦੋਂ ਅੰਮ੍ਰਿਤਸਰ ਜਾਂਦੇ ਨੇ ਤੇ ਜੇਟਲੀ ਵੀ ਆਉਂਦੇ ਨੇ, ਉਹਨਾਂ ਕਿੰਨੀਆਂ ਵੱਡੇ ਫਰਕ ਦੇ ਨਾਲ ਉਹਨੂੰ ਹਰਾ ਦਿੰਦੇ ਨੇ ਅਰੁਣ ਜੇਟਲੀ ਨੂੰ, ਕਿਸੇ ਨੇ ਸੋਚਿਆ ਨਹੀਂ ਸੀ। ਪਰ ਓਵਰਆਲ ਐਕਸੈਪਟੈਂਸ ਜਿਹੜੀ ਆ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸੀ, ਲੋਕ ਉਹਨਾਂ ਦੇ ਨਾਂ ਨੂੰ ਵੋਟ ਪਾਉਂਦੇ ਸਨ। ਸੋ ਇੱਥੇ ਹੋ ਸਕਦਾ ਹੈ ਕਿ ਕੁਝ ਵਿਅਕਤੀਗਤ ਮੁੱਦੇ ਜਾਂ ਕੁਝ ਨਾਰਾਜ਼ਗੀ, ਕਿਉਂਕਿ ਇੰਨੇ ਵੱਡੇ ਪੱਧਰ ਤੇ ਵੋਟਿੰਗ ਹੁੰਦੀ ਨਹੀਂ ਹੈ ਸ਼੍ਰੋਮਣੀ ਕਮੇਟੀ ਦੀ, ਇਹੋ ਜਿਹੀਆਂ ਕੋਈ ਗੱਲਾਂ ਹੋ ਸਕਦੀਆਂ ਜੇ ਲੋਕਲ ਪੋਲਿਟਿਕਸ ਕਰਕੇ ਉਹ ਹਾਰ ਗਿਆ। ਤੇ ਕੁਲਦੀਪ ਜੀ, ਗੱਲ ਹੁਣ ਉਸ ਮੁੱਦੇ ਦੀ ਕਰਦੇ ਹਾਂ ਜਿਹਨੂੰ ਲੈ ਕੇ ਕਿਸਾਨਾਂ ਨੇ ਜਲੰਧਰ ਨੇੜੇ ਧਰਨਾ ਲਾਇਆ ਹੋਇਆ ਸੀ ਤੇ ਕੱਲ ਕੈਪਟਨ ਹੋਰਾਂ ਨੇ ਵੱਡਾ ਐਲਾਨ ਕਰਕੇ ਉਹਨਾਂ ਨੂੰ ਰਾਹਤ ਦਿੱਤੀ ਤੇ ਇੱਥੇ ਦਾ ਧਰਨਾ ਖਤਮ ਹੋ ਗਿਆ। ਤੇ ਗੰਨਾ ਕਾਸ਼ਤਕਾਰਾਂ ਦੇ ਹੱਕ ਵਿੱਚ ਕੇਂਦਰ ਨੇ ਵੀ ਕੋਈ ਐਲਾਨ ਕੀਤਾ? ਇੱਕ ਤੇ ਇਹ ਕਿ ਕੈਪਟਨ ਸਾਹਿਬ ਨੇ ਐਲਾਨ ਤੇ 15 ਰੁਪਏ ਦਾ ਕੀਤਾ ਸੀ, ਇਹ ਤੇ ਕਿਸਾਨਾਂ ਨੇ ਕਰਵਾਇਆ ਜੀ। ਬਿਲਕੁਲ ਖੈਰ ਬਾਅਦ ਵਿੱਚ ਮਠਿਆਈ ਨਾਲ ਮੂੰਹ ਮਿੱਠਾ ਕੀਤਾ ਗਿਆ, ਉਹ ਇੱਕ ਚੰਗਾ ਇੱਕ ਸੰਕੇਤ ਮੈਂ ਸਮਝਦਾ ਸੀ। ਇਸ ਨੂੰ ਕਿਸਾਨਾਂ ਨੇ ਵੀ ਦੋ ਤਰੀਕਿਆਂ ਨਾਲ ਲਿਆ ਪਰਵਿੰਦਰ ਜੀ। ਇਹਨੂੰ ਜਿੱਥੇ ਦੁਆਬੇ ਤੇ ਮਾਝੇ ਦੇ ਵਿੱਚ ਗੰਨੇ ਦੀ ਕਾਸ਼ਤ ਜ਼ਿਆਦਾ ਹੁੰਦੀ ਹੈ ਉੱਥੇ ਤੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਤੇ ਖੁਸ਼ੀ ਦੇਖੀ ਗਈ। ਪਰ ਜਿਉਂ ਥੋੜ੍ਹਾ ਜਿਹਾ ਮਾਲਵੇ ਵੱਲ ਨੂੰ ਜਾਂਦੇ ਤੇ ਥੋੜ੍ਹੀ ਜਿਹੀ ਰਿਜ਼ੈਂਟਮੈਂਟ ਵੀ ਕੁਝ ਕਿਸਾਨਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਜ਼ਾਹਰ ਕੀਤੀ ਹੈ, ਨਾਰਾਜ਼ਗੀ ਕਿ ਇਹ ਮਠਿਆਈਆਂ ਵੰਡਣ ਵਾਲੀ ਕਿਹੜੀ ਗੱਲ ਹੈ। 500-600 ਕਿਸਾਨ ਜਿਹੜੇ ਸ਼ਹੀਦੀ ਪ੍ਰਾਪਤ ਕਰ ਚੁੱਕੇ ਨੇ ਦਿੱਲੀ ਮੋਰਚੇ ਤੇ ਇਹ ਕਿਹੜੀ ਜਿੱਤ ਹੈ ਸਾਡੀ? ਇਹ ਤਾਂ ਸਾਡਾ ਪੰਜਾਬ ਦਾ ਮਸਲਾ ਸੀ ਤੇ ਅਜੇ ਵੱਡੀ ਲੜਾਈ ਤਾਂ ਬਾਕੀ ਹੈ। ਸੋ ਇਹ ਇਸ ਤਰੀਕੇ ਨਾਲ ਥੋੜ੍ਹਾ ਨਾਰਾਜ਼ ਹੋਏ ਨੇ। ਖੈਰ ਜਿਨ੍ਹਾਂ ਨੇ ਇੰਨੀ ਵੱਡੀ ਗੰਨੇ ਦੀ ਵੀ, ਕਿਉਂਕਿ ਬਹੁਤ ਜ਼ਿਆਦਾ ਖਰੀਦ ਹੁੰਦੀ ਹੈ ਵੱਡੇ ਪੱਧਰ ਤੇ, ਵੱਡੀ ਫਸਲ ਹੈ, ਸੋ ਇਹ ਇੱਕ ਵੱਡੀ ਜਿੱਤ ਤਾਂ ਹੈ। ਪਰ ਪੰਜਾਬ ਪੱਧਰ ਵਿੱਚ ਇਸ ਨੂੰ ਥੋੜ੍ਹਾ ਜਿਹਾ ਕਰਵਾਉਣਾ ਸੌਖਾ ਵੀ ਜਾਪਦਾ ਸੀ। ਜਿਹੜੀ ਵੱਡੀ ਲੜਾਈ ਹੈ ਉਹ ਕਿਸਾਨਾਂ ਨੇ ਕੇਂਦਰ ਦੇ ਨਾਲ ਵਿੱਢੀ ਹੋਈ ਹੈ। ਹੁਣ ਆਉਂਦੇ ਕਿ ਕੇਂਦਰ ਨੇ ਕੀ ਕੀਤਾ। ਗੰਨੇ ਦੇ ਮੁੱਲ ਬਾਰੇ ਮੈਂ 2-3 ਫੈਕਟਰ ਜਿਹੜੇ ਨੇ ਕੰਮ ਕਰਦੇ ਨੇ। ਇੱਕ ਤੇ ਗੰਨੇ ਦਾ ਰਿਕਵਰੀ ਰੇਟ ਹੁੰਦਾ ਕਿ ਭਾਵ ਗੰਨਾ ਹੈ, ਤੁਸੀਂ ਦੇਖ ਲਓ, ਕੋਈ ਗੰਨਾ ਹੱਥ ਵਿੱਚ ਫੜ ਲਓ, ਉਸ ਵਿੱਚ ਛਿਲਕਾ ਕਿੰਨਾ ਹੈ, ਉਸ ਦਾ ਬੂਰਾ ਕਿੰਨਾ ਬਣੇਗਾ, ਉਸ ਵਿੱਚ ਪਾਣੀ ਕਿੰਨਾ ਹੈ ਤੇ ਉਸ ਵਿੱਚ ਮਿਠਾਸ ਕਿੰਨੀ ਹੈ ਤੇ ਉਸ ਮਿਠਾਸ ਵਿੱਚੋਂ ਖੰਡ ਕਿੰਨੀ ਬਣੇਗੀ। ਭਾਵ ਜੇ 1 ਕੁਇੰਟਲ ਗੰਨੇ ਲੈ ਜਾਣ ਤੇ ਉਸ ਵਿੱਚੋਂ ਕਿੰਨੀ ਖੰਡ ਜਿਹੜੀ ਹੈ ਉਹ ਮਿਲ ਵਿੱਚ ਜਾ ਕੇ ਬਣ ਜਾਵੇਗੀ। ਸੋ ਇਹ 2-3 ਫੈਕਟਰ ਹੁੰਦੇ ਨੇ ਤੇ ਇਸ ਦੇ ਨਾਲ ਗੰਨੇ ਦੀਆਂ ਕਿਸਮਾਂ ਫਿਰ ਉਸ ਹਿਸਾਬ ਨਾਲ ਜਿਹੜੀਆਂ ਨੇ ਡਿਫਾਈਨ ਕੀਤੀਆਂ ਜਾਂਦੀਆਂ ਨੇ ਕਿ ਆਹ ਕਿਸਮ ਜਿਹੜੀ ਇਸ ਨੂੰ ਮਿਲਾਂ ਵਾਲਿਆਂ ਨੇ ਪਹਿਲਾਂ ਚੁੱਕਣਾ, ਇਸ ਵਿੱਚ ਛੇਤੀ ਖੰਡ ਬਣ ਜਾਂਦੀ ਹੈ, ਇਹਦੇ ਵਿੱਚ ਬਾਅਦ 'ਚ ਬਣੇਗੀ, ਇਸ ਵਿੱਚ ਉਸ ਤੋਂ ਬਾਅਦ 'ਚ ਬਣੇਗੀ। ਫਿਰ 2 ਕੀਮਤਾਂ ਹੁੰਦੀਆਂ ਨੇ, ਇੱਕ ਹੁੰਦੀ ਆ FRP, ਫੇਅਰ ਐਂਡ ਰੀਨਿਮਰੇਟਿਵ ਪ੍ਰਾਈਸ, ਜਾਇਜ਼ ਤੇ ਲਾਹੇਬੰਦੀ, ਭਾਵ ਉਚਿਤ ਤੇ ਲਾਭਕਾਰੀ, ਇਹਨੂੰ ਕਹਿ ਲਓ। ਮੈਂ ਪੰਜਾਬੀ ਵਿੱਚ ਇਸ ਤਰ੍ਹਾਂ ਉਲਥਾ ਕੀਤਾ ਇਸ ਦਾ। ਫੇਅਰ ਐਂਡ ਰੀਨਿਮਰੇਟਿਵ ਪ੍ਰਾਈਸ ਇਹ ਕੇਂਦਰ ਨੇ ਤੈਅ ਕਰਨੀ ਹੁੰਦੀ ਹੈ ਤੇ ਜਿਹੜੀ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਹੈ ਉਹ ਹੈ SAP, ਉਹਨੂੰ ਸਟੇਟ ਐਡਵਾਈਜ਼ਰੀ ਪ੍ਰਾਈਸ ਵੀ ਕਹਿ ਦਿੱਤਾ ਜਾਂਦਾ ਹੈ। ਭਾਵ ਕਿ ਜਿਹੜਾ ਸਟੇਟ ਨੇ ਆਪਣੇ ਵੱਲੋਂ ਜਿਹੜਾ ਉਸ ਦੇ ਕੇਂਦਰ ਦੀ ਪ੍ਰਾਈਸ ਦੇ ਉੱਪਰ ਇੱਕ ਪ੍ਰਾਈਸ ਕੀਮਤ ਦੇਣੀ ਹੁੰਦੀ ਹੈ। ਤੇ ਕੁਲਦੀਪ ਜੀ, ਗੰਨੇ ਤੇ ਕੇਂਦਰ ਦੇ ਫੈਸਲੇ ਦਾ ਕੀ ਅਸਰ ਜਾਂ ਕਿਉਂ ਉਹਨੇ ਕੀਤਾ, ਇਸੇ ਮੁੱਦੇ ਤੇ ਵਾਪਸ ਪਰਤਦੇ ਹਾਂ ਪਰ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਗੰਨੇ ਦੇ ਬਾਰੇ 'ਚ ਤੁਸੀਂ ਦੱਸ ਰਹੇ ਸੀ ਵੀ ਉਹਦੀਆਂ ਕਿਹੜੇ ਪ੍ਰਾਈਸ ਕੌਣ ਤੈਅ ਕਰਦਾ ਹੈ, ਉਸ ਮੁੱਦੇ ਤੇ ਵਾਪਸ ਗੱਲਬਾਤ ਕਰਾਂਗੇ। ਕੇਂਦਰ ਨੇ ਤੈਅ ਕਰਨੀ ਹੁੰਦੀ ਹੈ FRP, ਜੀ, ਫੇਅਰ ਫੇਅਰ ਐਂਡ ਰੀਨਿਮਰੇਟਿਵ ਪ੍ਰਾਈਸ, ਜੀ, ਤੇ ਸੂਬਿਆਂ ਨੇ ਕਰਨੀ ਹੁੰਦੀ ਹੈ ਸਟੇਟ ਐਡਵਾਈਜ਼ਰੀ ਪ੍ਰਾਈਸ SAP। ਜੀ, ਹੁਣ SAP ਜਿਹੜੀ ਹੈ ਉਹ ਵਧਾਈ ਗਈ ਹੈ ਕੱਲ ਜੀ, 50 ਰੁਪਏ, 35 ਆਖ ਰਹੇ ਨੇ ਕੁਝ ਮੀਡੀਆ, ਪਰ 50 ਵਧੀਆ ਅਸਲ ਵਿੱਚ। ਜੀ, 360 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਇਹ ਕੀਮਤ ਇਸ ਵਾਰੀ ਮਿਲ ਤੋਂ ਮਿਲੇਗੀ। ਜੀ, ਪਰ ਇਹ ਹਰ ਵਾਰੀ ਅਪਗ੍ਰੇਡ ਕਰਨੀਆਂ ਹੁੰਦੀਆਂ ਸਰਕਾਰਾਂ ਨੇ ਖਰੀਦ ਕੀਮਤਾਂ। ਜੀ, ਕੇਂਦਰ ਆਪਣੀ ਅਪਗ੍ਰੇਡ ਕਰਦੀ ਰਹੀ ਹੈ, ਤੇ ਜਦੋਂ ਇਹ ਪੰਜਾਬ ਸਰਕਾਰ ਨੇ ਹੁਣ ਫੈਸਲਾ ਲਿਆ ਕਿ ਵਧਾਉਣੀ ਹੈ 360 ਕਰਨਾ ਹੈ, ਜੀ, ਤੇ ਸਾਰੇ ਬੱਲੇ ਬੱਲੇ ਹੋਈ ਹੈ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਦੇਖੋ ਅਸੀਂ ਕਿਸਾਨਾਂ ਦੀ ਮੰਗ ਤੇ ਜਿਹੜਾ ਇੱਕਦਮ ਕੀਮਤ ਵਧਾ ਦਿੱਤੀ ਹੈ, ਜੀ, 360 ਰੁਪਏ ਇੰਨਾ ਵੱਡਾ ਵਾਧਾ, ਤੇ ਵਧਾਈਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ। ਜੀ, ਤੇ ਇਹ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਫੁੱਟੀ ਕੌਡੀ ਨਹੀਂ ਵਧਾ ਸਕਦੀ, ਇਹ ਉਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਕੁਝ ਨਹੀਂ ਵਧਾਇਆ। ਜੀ, ਇਹ ਗੱਲ ਸਹੀ ਨਹੀਂ ਆ। ਜੀ, ਬੀਬੀ ਜੀ ਨੂੰ ਜਾਣਕਾਰੀ ਦੀ ਥੋੜੀ ਜਿਹੀ ਘਾਟ ਹੈ। ਜੀ, ਜਿਹੜੀ ਜਿਹੜੀ FRP ਆ ਉਸ ਨੂੰ ਵਧਾ ਤੇ ਰਹੀ ਹੈ ਕੇਂਦਰ ਸਰਕਾਰ, ਪਰ ਮਾਮੂਲੀ ਜਿਹਾ ਵਧਾ ਰਹੀ ਆ। ਜੀ, ਪਿਛਲੇ ਪਿਛਲੇ ਸੀਜ਼ਨ ਦੇ ਵਿੱਚ 2019-20 ਦਾ ਜਿਹੜਾ ਸੀਜ਼ਨ ਸੀ ਪੜਾਈ ਦਾ, ਉਸ ਵਾਸਤੇ 10 ਰੁਪਏ ਵਧਾਈ ਗਈ ਸੀ। ਜੀ, ਉਸ ਨੂੰ 275 ਤੋਂ 285 ਕੀਤਾ ਗਿਆ ਸੀ, ਤੇ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਤੋਂ ਬਾਅਦ ਕੇਂਦਰ ਨੇ ਵੀ 5 ਰੁਪਏ ਪਾ ਦਿੱਤੇ ਨੇ। ਸੋ ਕੇਂਦਰ ਦੀ ਪ੍ਰਾਈਸ ਜਿਹੜੀ ਹੈ ਉਹ 290 ਰੁਪਏ FRP ਜਿਹੜੀ ਆ ਉਹ ਗੰਨੇ ਦੀ ਹੋ ਗਈ ਹੈ। ਇਸ ਤੋਂ ਬਾਅਦ ਸਟੇਟ ਆਪਣਾ ਐਡਵਾਈਜ਼ਰੀ ਜਿਹੜਾ ਉਹ ਅੱਗੇ ਲਾ ਸਕਦੀ ਹੈ। ਜੀ, ਇਸ ਦਾ ਭਾਵ ਇਹ ਨਹੀਂ ਕਿ ਜਿਹੜੇ 360 ਮਿਲੇ ਨੇ 5 ਉੱਤੇ ਹੋਰ ਜੁੜ ਜਾਣਗੇ, ਨਹੀਂ, ਉਹਦੇ ਉਹ ਵਿੱਚ 360 ਹੀ ਰਹਿਣਗੇ। ਜੀ। ਤੇ ਕੁਲਦੀਪ ਜੀ, ਪਹਿਲੀ ਵਾਰ ਪਤਾ ਲੱਗਿਆ ਕਿ ਗੰਨੇ ਦੇ ਵੀ ਦੋ ਤਰੀਕੇ ਨਾਲ ਪ੍ਰਾਈਸ ਫਿਕਸ ਹੁੰਦੇ ਨੇ, ਇੱਕ ਸਰਕਾਰ ਵੱਲੋਂ, ਕੇਂਦਰ ਵੱਲੋਂ, ਤੇ ਇੱਕ ਸਟੇਟ ਵੱਲੋਂ। ਮਿਠਾਸ ਵੱਲੋਂ ਵੀ ਜੀ, ਹਾਂਜੀ, ਬਿਲਕੁਲ। ਮਿਠਾਸ ਤੋਂ ਗੱਲ ਚੇਤੇ, ਗੰਨੇ ਦਾ ਰਸ ਪੀਣ ਲਈ ਖੜੇ ਹੋਏ ਤਾਂ ਭਾਈ ਨੂੰ ਪੁੱਛਿਆ ਨਹੀਂ ਵੀ ਕਿੰਨੇ ਦਾ ਗਲਾਸ ਹੈ, ਤੇ ਪੀਣ ਤੋਂ ਬਾਅਦ ਪੁੱਛਿਆ ਵੀ ਕਿੰਨੇ ਰੁਪਏ, ਤੇ ਕਹਿੰਦਾ 20 ਰੁਪਏ, ਕਿਉਂਕਿ ਸਾਡੇ ਤੋਂ ਪਹਿਲਾਂ ਇੱਕ ਕਸਟਮਰ ਖੜਾ ਸੀ, ਉਹਦੇ ਕੋਲ 10 ਰੁਪਏ ਲਏ ਸੀ। ਕਹਿੰਦਾ ਨਹੀਂ, ਮੈਂ ਕਿਹਾ ਉਹਨਾਂ ਕੋਲੋਂ ਤਾਂ ਤੁਸੀਂ 10 ਲਏ ਸੀ, ਕਹਿੰਦੇ ਚਲੋ ਤੁਸੀਂ ਵੀ 10 ਹੀ ਦੇ ਦਿਓ। ਜੀ। ਤੇ ਗੰਨੇ ਤੋਂ ਬਾਅਦ ਹੁਣ ਉਸ ਮੁੱਦੇ ਵੱਲ ਆਉਂਦੇ ਹਾਂ ਜਿਹੜਾ ਇਸ ਵੇਲੇ ਸਾਰੀ ਦੁਨੀਆ ਦੇਖ ਤਾਂ ਰਹੀ ਹੈ ਪਰ ਚੁੱਪੀ ਧਾਰ ਕੇ ਬੈਠੀ ਹੈ। ਕਿਆ ਅਫਗਾਨਿਸਤਾਨ ਦੇ ਲੋਕ ਉਹਨਾਂ ਨੂੰ ਲੋਕ ਨਹੀਂ ਲੱਗਦੇ ਜਾਂ ਉਹ ਜਾਨਵਰ ਨੇ? ਅਫਗਾਨਿਸਤਾਨ ਦੇ ਲੋਕਾਂ ਦੀ ਕਿਸਮਤ ਦਾ ਫੈਸਲਾ ਇਸ ਵੇਲੇ ਤਾਲਿਬਾਨ ਦੇ ਹੱਥ ਹੈ। ਜੀ, ਬਦਕਿਸਮਤੀ ਹੈ ਕਿ 20 ਸਾਲ ਉੱਥੇ ਨੇਟੋ ਫੋਰਸਿਸ, ਅਮਰੀਕਾ, ਭਾਰਤ, ਬਰਤਾਨੀਆ ਤੇ ਹੋਰ ਕਿੰਨੇ ਮੁਲਕਾਂ ਨੇ ਆਪਣੇ ਤਰੀਕੇ ਨਾਲ ਉੱਥੇ ਸਿਸਟਮ ਸੈਟਅਪ ਕਰਨ ਦੀ ਕੋਸ਼ਿਸ਼ ਕੀਤੀ। ਜੀ, ਤੇ ਜਿਵੇਂ ਹੀ ਪੈਰ ਬਾਹਰ ਰੱਖਿਆ ਤੇ ਤਾਲਿਬਾਨ ਜਿਹੜਾ ਲੱਗਦਾ ਸੀ ਕਿ 1 ਮਹੀਨਾ ਉਹਨਾਂ ਨੂੰ ਲੱਗ ਜਾਣਾ, ਉਹ ਤੇ ਕੁਝ ਘੰਟੇ ਵੀ ਨਾ ਲੱਗੇ ਕਿ ਆ ਕੇ ਗੱਦੀ ਤੇ ਬਿਰਾਜਮਾਨ ਹੋ ਗਏ। ਜੀ, ਹੁਣ ਬਦਕਿਸਮਤੀ ਇਹ ਹੈ, ਇੱਕ ਤੇ ਖਬਰ ਇਹ ਆਈ ਕਿ ਉੱਥੇ ਦੇ ਇੱਕ ਸਾਬਕਾ IT ਮੰਤਰੀ ਜਰਮਨ ਦੇ ਵਿੱਚ ਪੀਜ਼ਾ ਡਿਲੀਵਰੀ ਕਰ ਰਹੇ ਨੇ। ਜੀ, ਅਫਗਾਨਿਸਤਾਨ ਦੇ ਸਾਬਕਾ ਮੰਤਰੀ ਜਰਮਨੀ 'ਚ ਪੀਜ਼ਾ ਡਿਲੀਵਰੀ ਕਰਨਿਆਂ ਦੀ ਵੀਡੀਓ ਵਾਇਰਲ ਹੋਈ ਹੈ। ਜੀ, ਔਰ ਉਹਨਾਂ ਨੇ ਮੰਨਿਆ, ਤੇ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਇਸ ਗੱਲ ਵਿੱਚ ਸ਼ਰਮ ਨਹੀਂ ਕਿ ਮੈਨੂੰ ਆਪਣੇ ਰੋਜ਼ੀ ਰੋਟੀ ਚਲਾਉਣ ਲਈ ਪੀਜ਼ਾ ਡਿਲੀਵਰ ਕਰਨਾ ਪੈ ਰਿਹਾ। ਜੀ, ਪਰ ਇੱਕ ਮੈਂ ਇੱਥੇ ਚੇਤੇ ਕਰਾ ਦੇਵਾਂ, ਉਹ ਹੁਣ ਭੱਜ ਕੇ ਨਹੀਂ ਗਏ, ਜੀ, ਉਹ ਪਿਛਲੇ ਸਾਲ ਦੇ ਗਏ ਹੋਏ ਨੇ। ਜੀ, ਅਸ਼ਰਫ ਗਨੀ ਦੀਆਂ ਨੀਤੀਆਂ, ਅਫਗਾਨਿਸਤਾਨ ਦੇ ਰਾਸ਼ਟਰਪਤੀ ਦੀਆਂ ਨੀਤੀਆਂ ਨਾਲ ਉਹਨਾਂ ਨੇ ਰਜਾਮੰਦ ਨਾ ਹੋ ਕੇ ਅਸਤੀਫਾ ਦੇ ਕੇ ਉਹ ਜਰਮਨੀ ਜਾਣ ਦਾ ਫੈਸਲਾ ਕਰ ਲਿਆ ਸੀ, ਤੇ ਉਹ ਉੱਥੇ ਉਦੋਂ ਤੋਂ ਰਹਿ ਰਹੇ ਨੇ। ਜੀ, ਇੱਕ ਪਾਸੇ ਤੇ ਇਹ ਤਸਵੀਰ ਹੈ, ਅਸ਼ਰਫ ਗਨੀ ਬਾਰੇ ਰਿਪੋਰਟ ਆ ਗਈ ਕਿ ਜਦੋਂ ਉਹਨਾਂ ਨੇ ਮੁਲਕ ਛੱਡਣਾ ਸੀ, ਪਰਿਵਾਰ ਤੇ ਉਹਨਾਂ ਦਾ ਪਹਿਲੇ ਬਾਹਰ ਸੀ, ਜੀ, ਜੀ, ਤੇ ਉਹਨਾਂ ਨੇ ਹੈਲੀਕਾਪਟਰ ਵੀ ਨੋਟਾਂ ਨਾਲ ਲੱਦ ਲਿਆ, ਤੇ 4 ਗੱਡੀਆਂ ਵੱਡੀਆਂ ਜਿਹੜੀਆਂ ਸੀ ਉਹ ਵੀ ਵਿੱਚੇ ਲੱਦ ਲਈਆਂ, ਉਹ ਵੀ ਨੋਟਾਂ ਨਾਲ ਭਰੀਆਂ ਹੋਈਆਂ ਸੀ। ਜੀ, ਫਿਰ ਵੀ ਨੋਟ ਪੂਰੇ ਨਹੀਂ ਲਿਜਾ ਸਕੇ, ਤੇ ਕਈ ਹਜ਼ਾਰ ਡਾਲਰ ਜਿਹੜੇ ਸੀ ਜਿੱਥੋਂ ਹੈਲੀਕਾਪਟਰ ਨੇ ਉੱਡਣਾ ਸੀ ਉੱਥੇ ਫਰਸ਼ ਤੇ ਪੈ ਰਹਿ ਗਏ ਨੇ। ਜੀ, ਹੁਣ ਹਾਕਮ ਜੇ ਵਾਕਿਆ ਸੱਚਾ ਹਾਕਮ ਸੀ, ਤੇ ਜੇ ਰਿਪੋਰਟ ਸੱਚੀ ਹੈ, ਜੀ, ਫਿਰ ਮਾੜੀ ਗੱਲ ਹੈ ਉਸ ਹਾਕਮ ਵਾਸਤੇ ਵੀ, ਜੀ, ਕਿ ਉਸਨੇ ਮੁਲਕ ਉਹ ਇਹ ਕਹਿ ਕੇ ਤਾਂ ਚਲੋ ਛੱਡ ਸਕਦਾ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ ਤੇ ਮੈਂ ਜਾਨ ਗਵਾਉਣੀ ਨਹੀਂ, ਸਾਡੀਆਂ ਤੇ ਫੌਜਾਂ ਹਥਿਆਰ ਸਿੱਟ ਰਹੀਆਂ ਨੇ। ਜੀ, ਤੇ ਇੰਨੇ ਵੱਡੀ ਮਾਤਰਾ ਦੇ ਵਿੱਚ ਨੋਟ ਲੈ ਕੇ ਭੱਜਣ ਦਾ ਮਤਲਬ ਕਾਇਰਤਾ ਵਿਖਾਈ ਹੈ ਤੇ ਨਾਲ ਬੇਈਮਾਨੀ ਵੀ ਦਿਖਾਈ ਹੈ। ਜੀ, ਇਹ ਅਜਿਹਾ ਹੁੰਦਾ ਹੈ ਜਦੋਂ ਕਿਸੇ ਦੇਸ਼ ਦੇ ਉੱਪਰ ਖਾਸ ਕਿਸਮ ਦੇ ਹਾਕਮ ਜਿਹੜੇ ਨੇ ਬਿਠਾ ਦਿੱਤੇ ਜਾਣ, ਜਾਂ ਤਾਂ ਬਹੁਤ ਸਿੰਸੀਅਰ ਹੋਣ ਤੇ ਫਿਰ ਉਹ ਕੌਮ ਦੇ ਹੱਕ ਲਈ ਕੰਮ ਕਰਨ, ਤੇ ਨਹੀਂ ਤਾਂ ਫਿਰ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ। ਹੁਣ ਅਫਗਾਨਿਸਤਾਨ ਦੇ ਲੋਕਾਂ ਦਾ ਭਵਿੱਖ ਜਿਹੜਾ ਹੈ ਉਹ ਧੁੰਦਲਾ ਨਜ਼ਰ ਆ ਰਿਹਾ। ਇੱਕ ਤੇ ਇਹ ਕਿ ਭਾਰਤ ਦੇ ਬਹੁਤ ਸਾਰੇ ਹਿੰਦੂ ਤੇ ਸਿੱਖ ਲੋਕਾਂ ਨੂੰ ਉੱਥੋਂ ਕੱਢਿਆ ਜਾ ਰਿਹਾ, ਤੇ ਕਈ ਅਫਗਾਨੀ ਵੀ ਆ ਰਹੇ ਨੇ। ਤਾਲਿਬਾਨ ਨੇ ਅਜੇ ਤੱਕ ਕੋਈ ਰੁਕਾਵਟ ਪੈਦਾ ਨਹੀਂ ਕੀਤੀ, ਮਾੜੀ ਮੋਟੀ ਕੀਤੀ ਹੈ,
ਪਰ ਭਾਰਤ ਸਰਕਾਰ ਜਿਸ ਨੂੰ ਅਸੀਂ ਬਹੁਤ ਸਾਰੇ ਮੁੱਦਿਆਂ ਤੇ ਕਈ ਵਾਰੀ ਭੰਡਦੇ ਆ ਜੀ ਜਾਂ ਉਹਨਾਂ ਦੀ ਨਿਖੇਧੀ ਕਰਦੇ ਆ, ਪਰ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਜੇ ਬਹੁਤ ਜ਼ਿਆਦਾ ਤੇਜ਼ੀ ਨਹੀਂ ਵਿਖਾਈ ਤੇ ਬਹੁਤ ਜ਼ਿਆਦਾ ਸੁਸਤੀ ਵੀ ਨਹੀਂ ਵਿਖਾਈ, ਠੀਕ ਠਾਕ ਵਿਅਕਤੀਆਂ ਨੂੰ ਲਿਆਂਦਾ ਜਾ ਰਿਹਾ ਜੀ ਤੇ ਉਹਨਾਂ ਨੂੰ ਮੁੜ ਕੇ ਕੀ ਹੋਵੇਗਾ ਇੱਕ ਵੱਖਰਾ ਵਿਸ਼ਾ ਹੈ, ਪਰ ਉਹ ਆ ਰਹੇ ਨੇ ਲੋਕ। ਜੀ ਹੁਣ ਸਾਡੇ ਜਿਹੜੇ ਉੱਥੇ ਫਸੇ ਨੇ ਅਜੇ ਵੀ ਉਹ ਦੁਹਾਈ ਪਾ ਰਹੇ ਨੇ ਕਿ ਸਾਨੂੰ ਕੱਢ ਲਓ, ਤੇ ਤਾਲਿਬਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਈ ਜਿਹੜੇ ਵਿਦੇਸ਼ੀ ਨੇ ਉਹ ਜਾ ਸਕਦੇ ਨੇ, ਕੋਈ ਅਫਗਾਨੀ ਇੱਥੋਂ ਜਾਣ ਦੀ ਕੋਸ਼ਿਸ਼ ਨਾ ਕਰੇ। ਦੋ ਤੇ ਜਿਹੜੇ ਅਫਗਾਨ ਨੈਸ਼ਨਲ ਅਸੈਂਬਲੀ ਦੇ ਮੈਂਬਰ ਨੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਨੇ ਉਹ ਆ ਗਏ ਨੇ, ਹੋਰ ਵੀ ਲੋਕ ਆ ਗਏ ਨੇ, ਇੰਜੀਨੀਅਰ ਆ ਰਹੇ ਨੇ, ਕਾਮੇ ਆ ਰਹੇ ਨੇ, ਵਰਕਰ ਆ ਰਹੇ ਨੇ, ਔਰ ਐਮਬੈਸੀ ਦਾ ਸਟਾਫ ਆ ਰਿਹਾ, ਡਾਕਟਰ ਆ ਰਹੇ ਨੇ, ਅਧਿਆਪਕ ਆ ਰਹੇ ਨੇ, ਸਾਰੇ ਉੱਥੋਂ ਨਿਕਲ ਰਹੇ ਨੇ, ਸਾਰੇ ਦੇਸ਼ਾਂ ਦੇ ਨੇ। ਪਰ ਤਾਲਿਬਾਨ ਨੇ ਅਮਰੀਕਾ ਨੂੰ ਵੀ ਧਮਕੀ ਦੇ ਦਿੱਤੀ ਹੈ ਕਿ ਸਮਾਂ ਨਹੀਂ ਹੈ, 31 ਅਗਸਤ ਦਾ ਮਤਲਬ 31 ਅਗਸਤ ਹੈ ਤੇ ਤੁਸੀਂ ਉਦੋਂ ਤੱਕ ਇੱਥੋਂ ਬਾਹਰ ਚਾਹੀਦੇ ਹੋ। ਇਹ ਇੱਕ ਧਮਕੀ ਹੈ। ਇਸ ਨੂੰ ਅਮਰੀਕਾ ਕਿਵੇਂ ਲੈਂਦਾ ਹੈ ਇਸ ਬਾਰੇ ਪਤਾ ਨਹੀਂ। ਇਹ ਤਾਲਿਬਾਨ ਦੀ ਬੇਵਕੂਫੀ ਮੈਂ ਆਖਾਂਗਾ ਇਸ ਨੂੰ ਕਿ ਉਹ ਇੰਨੇ ਹਲਕੇ ਦੇ ਵਿੱਚ ਅਮਰੀਕਨ ਤਾਕਤ ਨੂੰ ਲੈ ਰਹੇ ਨੇ, ਜਾਂ ਉਹ ਇਹ ਸਮਝ ਰਹੇ ਨੇ ਕਿ ਅਮਰੀਕਾ ਸਾਡੇ ਤੋਂ ਡਰਦਾ ਭੱਜ ਗਿਆ, ਔਰ ਜਾਂ ਇੰਨੀ ਲੰਬੀ ਲੜਾਈ ਤੋਂ ਬਾਅਦ ਮੇਰੇ ਹਿਸਾਬ ਨਾਲ ਤੇ ਉਹਨਾਂ ਨੇ ਖਰਚੇ ਦਾ ਜਿਹੜਾ ਇੱਕ ਖੌਅ ਸੀ ਉਸ ਨੂੰ ਬੰਦ ਕੀਤਾ। ਪਰ ਤਾਲਿਬਾਨ ਨੇ ਜਿਸ ਤਰ੍ਹਾਂ ਦਾ ਸਿਸਟਮ ਪੈਦਾ ਕਰ ਲਿਆ ਹੈ, ਇਹ ਇੱਕ ਤਾਲਿਬਾਨ ਜਿਹੜਾ ਵੱਖਰਾ ਦੱਸਿਆ ਜਾ ਰਿਹਾ ਪਹਿਲੇ ਨਾਲੋਂ, ਪਰ ਲੱਗਦਾ ਨਹੀਂ ਹੈ। ਤੇ ਅਫਗਾਨਿਸਤਾਨ ਦੇ ਲੋਕਾਂ ਲਈ ਹੁਣ ਹੋਰ ਰਾਹ ਔਖੀ ਹੋ ਜਾਣੀ ਹੈ। IMF ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਉਹਨਾਂ ਦੇ ਫੰਡ ਜਿਹੜੇ ਸੀ ਕੁਝ ਦਿਨ ਪਹਿਲਾਂ ਬੰਦ ਕਰ ਦਿੱਤੇ ਸੀ ਕਿ ਭਾਈ ਅਸੀਂ ਤੁਹਾਨੂੰ ਅਗਲੀ ਇਮਦਾਦ ਉਦੋਂ ਤੱਕ ਨਹੀਂ ਦੇ ਸਕਦੇ ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਕਿ ਕਿਹਦੇ ਹੱਥਾਂ 'ਚ ਜਾ ਰਹੀ ਹੈ, ਤੇ ਇਹਨੂੰ ਖਰਚੇਗਾ ਕੌਣ ਤੇ ਕਿੱਥੇ ਖਰਚੇਗਾ, ਕਿਸ ਕੰਮ ਲਈ ਖਰਚੇਗਾ। ਉੱਥੇ ਜਿਹੜੇ ਰਾਹਤ ਗਰੁੱਪ ਕੰਮ ਕਰ ਰਹੇ ਨੇ ਉਹਨਾਂ ਦੇ ਕਾਮਿਆਂ ਨੂੰ ਵੀ ਵਾਪਸ ਆਉਣ ਦਾ ਕਹਿ ਦਿੱਤਾ ਗਿਆ, ਉਹ ਨਿਕਲ ਰਹੇ ਨੇ, ਰੋਜ਼ਾਨਾ ਨਿਕਲ ਰਹੇ ਨੇ। ਤੇ IMF ਨੇ ਇਹ ਗੱਲ ਆਖੀ ਸੀ ਕਿ ਅਸੀਂ ਅਜੇ ਸਥਿਤੀ ਨੂੰ ਮੋਨੀਟਰ ਕਰਾਂਗੇ। ਇੱਕ ਹੋਰ ਸੰਸਥਾ ਹੁਣ ਵਰਲਡ ਬੈਂਕ ਨੇ ਵੀ ਕਹਿ ਦਿੱਤਾ ਕਿ ਸਾਡੇ ਵੀ ਹੱਥ ਖੜੇ ਨੇ ਭਾਈ। ਅਸੀਂ ਪਿਛਲੇ ਸਾਲਾਂ ਦੇ ਵਿੱਚ 2002 ਤੋਂ ਬਾਅਦ ਕਰੀਬ 5.5 ਬਿਲੀਅਨ ਅਮਰੀਕਨ ਡਾਲਰ ਦੇ ਬਰਾਬਰ ਇੱਥੇ ਨਿਵੇਸ਼ ਕੀਤਾ ਤੇ ਇੱਥੇ ਇਮਦਾਦ ਕੀਤੀ ਹੈ। ਸਾਡੇ 2 ਦਰਜਨਾਂ ਤੋਂ ਵੱਧ ਜਿਹੜੇ ਨੇ ਇੱਥੇ ਇਮਦਾਦ ਦੇ ਕੇਂਦਰ ਚੱਲ ਰਹੇ ਨੇ, ਜਿਸ ਵਿੱਚ ਕਈ ਕਿਸਮਾਂ ਨਾਲ ਅਫਗਾਨੀਆਂ ਦੀ ਮਦਦ ਕੀਤੀ ਜਾ ਰਹੀ ਹੈ, ਤੇ ਅਸੀਂ ਹੁਣ ਅੱਗੇ ਕੰਟੀਨਿਊ ਅਜੇ ਤੱਕ ਨਹੀਂ ਕਰ ਸਕਦੇ। ਤੇ ਅਸੀਂ ਉਹ ਤਰੀਕੇ ਲੱਭ ਰਹੇ ਹਾਂ ਕਿ ਜਿਹੜੇ ਕੇਂਦਰ ਸਾਡੇ ਸਹਾਇਤਾ ਕੇਂਦਰ ਅਫਗਾਨੀਆਂ ਵਾਸਤੇ ਚੱਲ ਰਹੇ ਸੀ ਉਹਨਾਂ ਨੂੰ ਕਿਸੇ ਸੁਚੱਜੇ ਹੱਥਾਂ ਵਿੱਚ ਦੇ ਸਕੀਏ। ਸੁਚੱਜੇ ਹੱਥਾਂ ਵਿੱਚ ਉਹਨਾਂ ਦੀ ਮਰਜ਼ੀ ਚੱਲਣ ਵਾਲੀ ਨਹੀਂ। ਤੇ ਅੱਗੇ ਤੇ ਅਸਾਲਟ ਰਾਈਫਲਾਂ ਤੇ ਤੋਪਾਂ ਫੜੀਆਂ ਹੋਈਆਂ ਨੇ, ਉਹਨਾਂ ਨੂੰ ਕੀ ਤੁਸੀਂ ਆਖੋਗੇ ਤੇ ਕੀ ਉਹਨਾਂ ਨਾਲ ਗੱਲ ਹੋਵੇਗੀ। ਸੋ ਅਫਗਾਨਿਸਤਾਨ ਦੀ ਸਥਿਤੀ ਜਿਹੜੀ ਆ ਉਹ ਹੁਣ ਦੂਸਰੇ ਪਾਸਿਓਂ ਵੀ ਟਾਈਟ ਹੁੰਦੀ ਜਾ ਰਹੀ ਹੈ। ਕੀ ਅਫਗਾਨਿਸਤਾਨ ਜਿੱਥੋਂ ਦੁਨੀਆ ਦੀ ਸਭ ਤੋਂ ਵੱਧ ਨਸ਼ੀਲੇ ਪਦਾਰਥ ਖਾਸ ਤੌਰ ਤੇ ਅਫੀਮ ਤੇ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਉੱਥੋਂ ਨਿਕਲ ਕੇ ਆਉਂਦੀਆਂ ਨੇ, ਕਿ ਉਹਨਾਂ ਦੀ ਸਪਲਾਈ ਵੀ ਰੁਕੇਗੀ। ਭਾਰਤ ਨਾਲ ਸੁੱਕੇ ਮੇਵਿਆਂ ਦਾ ਵਪਾਰ ਬੰਦ ਹੋ ਚੁੱਕਾ ਹੈ। ਭਾਰਤ ਤੋਂ ਜਾਂਦੇ ਹੋਰ ਸਾਜੋ ਸਮਾਨ ਜਿਨ੍ਹਾਂ ਵਿੱਚ ਖੰਡ ਵੀ ਸ਼ਾਮਲ ਹੈ, ਖਾਦ ਖੁਰਾਕ ਵੀ ਜਾਂਦੀ ਹੈ, ਉਹ ਵੀ ਬੰਦ ਹੋ ਚੁੱਕੀ ਹੈ। ਇਹ ਕਦੋਂ ਚੱਲੇਗਾ? ਭਾਰਤ ਵੀ ਅਜੇ ਫਿੰਗਰਸ ਕ੍ਰਾਸ ਵਾਲੀ ਸਥਿਤੀ ਵਿੱਚ ਹੈ। ਸਰਕਾਰ ਸੰਬੰਧ ਵਿਗਾੜੇ ਨਹੀਂ, ਅਮਰੀਕਾ ਅਜੇ ਬਹੁਤਾ ਕੁਝ ਕਰ ਨਹੀਂ ਰਿਹਾ, ਚੁੱਪ ਹੈ, ਸਿਰਫ ਆਪਣੇ ਲੋਕਾਂ ਨੂੰ ਉੱਥੋਂ ਕੱਢ ਰਿਹਾ। ਪਰ ਅਫਗਾਨੀਆਂ ਵਾਸਤੇ ਦਿਨ ਔਖੇ ਆ ਰਹੇ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਤਾਲਿਬਾਨ ਉਹਨਾਂ ਦੇ ਗਲਿਆਂ ਨੂੰ ਹੱਥ ਪਾ ਰਿਹਾ, ਤੇ ਜਿਹੜੇ ਨਿਯਮਾਂ ਦੀ ਉਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਵਾਅਦੇ ਕੀਤੇ ਸੀ ਕਿ ਅਸੀਂ ਆਹ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ, ਉਹ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ। ਤੇ ਕੁਲਦੀਪ ਜੀ, ਅਗਲੇ ਮੁੱਦੇ ਤੇ ਵਿਚਾਰ ਜਾਣਾਂਗੇ, ਪਰ ਇਸ ਦੌਰਾਨ ਨਾ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਸ਼ਰਨਾਰਥੀ ਜਿਹੜੇ ਉੱਥੇ ਫਸੇ ਹੋਏ ਨੇ ਨਾ, ਉਹ ਕਹਿੰਦੇ ਅਸੀਂ ਭਾਰਤ ਜਾਂ ਇੱਧਰ ਹੋਰ ਪਾਸੇ ਨਹੀਂ ਜਾਣਾ, ਸਾਨੂੰ ਅਮਰੀਕਾ ਜਾਂ ਕੈਨੇਡਾ ਲੈ ਜਾਓ। ਬਿਲਕੁਲ ਖਾਹਿਸ਼ ਹੈ, ਕਿਉਂਕਿ ਭਾਰਤ ਦੇ ਬਾਰੇ ਇਹ ਗੱਲ ਹੈ ਕਿ ਭਾਰਤ ਵਿੱਚ ਜਿਹੜੇ ਪਹਿਲਾਂ ਸ਼ਰਨਾਰਥੀ ਆਏ ਹੋਏ ਨੇ ਉਹਨਾਂ ਦੇ ਬਾਰੇ ਕੁਝ ਦਿਨ ਪਹਿਲਾਂ ਇੱਕ ਰਿਪੋਰਟ ਛਪ ਗਈ ਸੀ ਕਿ ਉਹਨਾਂ ਨੇ ਖੁਦ ਹੀ ਕਹਿ ਦਿੱਤਾ ਸੀ ਭਾਈ ਤੁਸੀਂ ਇੱਥੇ ਨਾ ਆਓ, ਹੋਰ ਕਿਤੇ ਜਾਣਾ ਤੇ ਚਲੇ ਜਾਓ, ਕਿਉਂਕਿ ਇੱਥੇ ਹਰ ਸਾਲ ਉਹਨਾਂ ਨੂੰ ਕਾਗਜ਼ਾਤ ਦਾਖਲ ਕਰਾਉਣੇ ਪੈਂਦੇ ਨੇ, ਤੇ ਉਹ ਇੰਨੇ ਜ਼ਿਆਦਾ ਕਰਾਉਣੇ ਪੈਂਦੇ ਨੇ ਕਿ ਖੱਜਲ ਖੁਆਰੀ ਹੁੰਦੀ ਹੈ ਤੇ ਉਹਨਾਂ ਨੂੰ ਕੋਈ ਫੈਸਿਲਿਟੀ ਨਹੀਂ ਮਿਲ ਰਹੀ, ਤੇ ਭਾਰਤ ਦੀ ਨਾਗਰਿਕਤਾ ਮਿਲਣ ਦੇ ਰਾਸਤੇ ਵਿੱਚ ਹਜ਼ਾਰਾਂ ਹੀ ਰੁਕਾਵਟਾਂ ਨੇ। ਇਸ ਕਰਕੇ ਤੁਸੀਂ ਕੋਈ ਹੋਰ ਰਸਤਾ ਦੇਖ ਲਓ ਤੇ ਉਧਰ ਚਲੇ ਜਾਓ, ਇੱਧਰ ਨੂੰ ਆਉਣ ਦੀ ਜ਼ਰੂਰਤ ਨਹੀਂ। ਤੇ ਕੁਲਦੀਪ ਜੀ, ਹੁਣ ਤਾਲਿਬਾਨ ਦੀ ਗੱਲ ਸ਼ੁਰੂ ਹੋਈ ਹੈ ਤੇ ਤਾਲਿਬਾਨ ਦੇ ਨਾਲ ਸਾਰੇ ਸਹਿਮਤ ਵੀ ਨਹੀਂ ਤੇ ਸਾਰੇ ਵਿਰੋਧ ਵਿੱਚ ਵੀ ਨਹੀਂ, ਤੇ ਇਸ ਵੇਲੇ ਤਾਲਿਬਾਨ ਨੂੰ ਮਾੜਾ ਕੌਣ ਆਖ ਰਿਹਾ? ਇੱਕ ਤੇ ਕੁਝ ਅੰਦਰੋਂ ਵੀ ਆਵਾਜ਼ਾਂ ਉੱਠੀਆਂ, ਕੁਝ ਗਰੁੱਪ ਹਨ ਜਿਹੜੇ ਉਹਨਾਂ ਦੇ ਖਿਲਾਫ ਅਜੇ ਵੀ ਲੜ ਰਹੇ ਨੇ, ਪਰ ਉਹ ਕਿੰਨੀ ਕੁ ਦੇਰ ਲੜਾਈ ਕਰਨਗੇ। ਇੱਕ ਅੱਤਵਾਦੀ ਸੰਗਠਨ ਹੈ ISI। ਹੁਣ ਉਹ ISI ਜਿਸ ਨੂੰ ਪਹਿਲਾਂ ISIS ਨਹੀਂ, ISI ਤੇ ਪਾਕਿਸਤਾਨ ਦੀ ਸੰਸਥਾ ਹੈ, ISIS ਤੇ ਫਿਰ ਕੱਲਾ IS ਆਖਿਆ ਗਿਆ। ਉਹਨਾਂ ਨੇ ਸੀਰੀਆ ਤੇ ਹੋਰ ਕਈ ਮੁਲਕਾਂ ਦੇ ਵਿੱਚ ਲੰਬਾ ਸਮਾਂ ਜਿਹੜੀ ਸੀ ਲਹਿਰ ਚਲਾਈ, ਤੇ ਜਿਹੜੇ ਸੁਸਾਈਡ ਬੰਬਰ ਤੇ ਹੋਰ ਇਸ ਤਰ੍ਹਾਂ ਦੇ ਵੱਡੇ ਵੱਡੇ ਹਮਲੇ ਕੀਤੇ,
ਵੱਡੇ ਪੱਧਰ ਤੇ ਭਰਤੀ ਵੀ ਹੋਈ। ਜੀ ਵਿਕਸਿਤ ਮੁਲਕਾਂ ਦੇ ਵਿੱਚੋਂ ਕੈਨੇਡਾ, USA, ਇੰਗਲੈਂਡ, ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚੋਂ ਕਈ ਨੌਜਵਾਨ ਉਸ ਮੁਹਿੰਮ ਨਾਲ ਜੁੜ ਗਏ ਤੇ ਇਸ ਪਾਸੇ ਵੱਲ ਨੂੰ ਆ ਕੇ ਬੰਦੂਕ ਉਹਨਾਂ ਨੇ ਫੜ ਲਈ। ਜੀ ਔਰਤਾਂ ਵੀ ਆਈਆਂ। IS ਦਾ ਕਹਿਣਾ ਹੈ ਕਿ ਇਹ ਤਾਲਿਬਾਨ ਠੀਕ ਨਹੀਂ। ਜੀ ਉਹਨਾਂ ਨੇ ਕਿਹਾ ਕਿ ਇਹ ਤਾਲਿਬਾਨ ਹੋਰ ਹੈ, ਇਹ ਅਮਰੀਕਾ ਦਾ ਪਿੱਠੂ ਹੈ। ਅਸਲੀ ਤਾਲਿਬਾਨ ਉਹੀ ਹੈ ਜਿਹੜਾ ਅਸਲੀ ਸ਼ਰੀਅਤ ਦੇ ਕਾਨੂੰਨ ਦੀ ਗੱਲ ਕਰਦਾ ਹੈ। ਜੀ ਤੇ ਇਹ ਤੇ ਅਮਰੀਕਨਾਂ ਨਾਲ ਹੱਥ ਮਿਲਾ ਕੇ ਅਮਰੀਕਨਾਂ ਦੀ ਮਿਲੀ ਭੁਗਤ ਨਾਲ ਜਿਹੜੇ ਨੇ ਗੱਦੀ ਤੇ ਬਹਿ ਗਏ ਨੇ, ਅਸੀਂ ਇਹਨਾਂ ਨਾਲ ਸਹਿਮਤ ਨਹੀਂ। ਜੀ ਸੋਸ਼ਲ ਮੀਡੀਆ ਤੇ ਕਈ ਪਲੇਟਫਾਰਮ ਦੇ ਜ਼ਰੀਏ ਜਿਹੜਾ ਮੀਡੀਆ IS ਦੇ ਆਈਡੀਆਜ਼ ਨੂੰ ਸਪੋਰਟ ਕਰਦਾ ਹੈ, ਉਹਨਾਂ ਦੇ ਥਰੂ ਉਹਨਾਂ ਦੇ ਜ਼ਰੀਏ ਇਹ ਗੱਲ ਫੈਲਾਈ ਜਾ ਰਹੀ ਹੈ। ਵੀਡੀਓਜ਼ ਦਿਖਾਈਆਂ ਜਾ ਰਹੀਆਂ ਨੇ, ਫੋਟੋਆਂ ਪੋਸਟ ਕੀਤੀਆਂ ਜਾ ਰਹੀਆਂ ਨੇ ਜਿੱਥੇ ਅਮਰੀਕਨਾਂ ਨਾਲ ਗੱਲਬਾਤ ਕਰਦੇ ਹੋਏ ਤਾਲਿਬਾਨ ਦੇ ਆਗੂਆਂ ਨੂੰ ਦੇਖਿਆ ਜਾ ਸਕਦਾ ਹੈ। ਜੀ ਇਹ ਆਖਿਆ ਜਾ ਰਿਹਾ ਹੈ ਕਿ ਇਹ ਅਮਰੀਕਨਾਂ ਦੇ ਪਿੱਠੂ ਹਨ ਤੇ ਇਹ ਅਫਗਾਨਿਸਤਾਨ ਦਾ ਭਲੇ ਵਾਲੇ ਨਹੀਂ। ਤੇ ਮੁੱਲਾ ਉਮਰ ਜਿਹੜਾ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਆਗੂ ਸੀ ਤੇ ਮਾਰਿਆ ਜਾ ਚੁੱਕਾ ਹੈ, ਜੀ ਤੇ ਇਹ ਉਸ ਦੇ ਆਈਡੀਆ ਤੇ ਚੱਲਣ ਵਾਲੇ ਨਹੀਂ। ਇਹ ਕੋਈ ਬਹਿਰੂਪੀਏ ਇਹਨਾਂ ਦੇ ਅੱਗੇ ਆ ਕੇ ਬੈਠ ਗਏ ਨੇ। ਇਹਨਾਂ ਤੇ ਯਕੀਨ ਨਾ ਕਰੋ, ਇਹ ਕੋਈ ਅਫਗਾਨਿਸਤਾਨ ਦਾ ਸਵਾਰਨ ਵਾਲੇ ਨਹੀਂ। ਜੀ ਸੋ ਬੜਾ ਸੀਰੀਅਸ ਹੈ। ਜੀ ਧਮਕੀਆਂ ਉਹਨਾਂ ਨੇ ਦਿੰਦੇ ਰਹਿੰਦੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਅਮਰੀਕਾ ਨੇ ਸਾਰਾ ਕੁਝ ਇੱਥੇ ਕੀਤਾ ਹੈ ਤੇ ਅਮਰੀਕਾ ਦੀ ਸ਼ਹਿ ਨਾਲ ਹੀ ਸਾਰਾ ਕੁਝ ਹੋ ਰਿਹਾ। ਜੀ ਤੇ ਇਹ ਉਹਨਾਂ ਕਿਹਾ ਕਿ ਅਸੀਂ ਹਮਲੇ ਜਾਰੀ ਰੱਖਾਂਗੇ ਤੇ ਅਫਗਾਨਿਸਤਾਨ ਦੇ ਵਿੱਚ ਲੋਕਾਂ ਦੇ ਵਿੱਚ ਨਵੀਂ ਲਹਿਰ ਖੜੀ ਕਰਨ ਦੀ ਯਤਨ ਕਰਾਂਗੇ। ਜੀ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਮੈਂ ਸਮਝਦਾ ਕਿ ਉਹ ਇੱਕ ਹੁਲਾਰਾ ਜਿਹਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨੂੰ। ਪਰ ਤਾਲਿਬਾਨ ਇਟਸੈਲਫ ਹੀ ਮੌਜੂਦਾ ਰੂਪ ਦੇ ਵਿੱਚ ਵੀ ਜੇ ਉਹਨਾਂ ਦੀ ਗੱਲ ਮੰਨ ਵੀ ਲਈ ਜਾਵੇ ਤਾਂ ਫਿਰ ਵੀ ਬਹੁਤ ਖਤਰਨਾਕ ਹੈ। ਤੇ ਕੁਲਦੀਪ ਜੀ, ਅਗਲੇ ਮੁੱਦਿਆਂ ਤੇ ਆਪਾਂ ਤੁਹਾਡੇ ਵਿਚਾਰ ਲਵਾਂਗੇ, ਪਰ ਇਸ ਵੇਲੇ ਪ੍ਰੋਗਰਾਮ 'ਚ ਵੇਲਾ ਹੈ ਬ੍ਰੇਕ ਦਾ। ਸੋ ਪੰਜਾਬੀ ਨੈਸ਼ਨਲ TV ਦੇ ਦਰਸ਼ਕ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਆ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਕੁਲਦੀਪ ਸਿੰਘ ਹੀਰ ਜੀ, ਆਪਾਂ ਪੰਜਾਬ ਦੀ ਸਿਆਸਤ ਤੇ ਵੈਸੇ ਤਾਂ ਗੱਲ ਕਰ ਲਈ ਹੈ, ਪਰ ਇਸ ਵੇਲੇ ਜਿਹੜੀ ਹਰੀਸ਼ ਰਾਵਤ ਦਾ ਚਰਚਾ ਫੇਰ ਤੋਂ ਹੋ ਰਿਹਾ ਹੈ, ਕਿਸ ਗੱਲ ਨੂੰ ਲੈ ਕੇ ਉਹਨਾਂ ਦੀ ਗੱਲ ਹੋ ਰਹੀ ਹੈ? ਹਰੀਸ਼ ਰਾਵਤ ਉਹਨਾਂ ਦੀ ਮੀਟਿੰਗ ਜਦੋਂ ਹੋਈ ਹੈ ਬਾਗੀ ਗਰੁੱਪ ਦੇ ਨਾਲ, ਉਸ ਤੋਂ ਬਾਅਦ ਥੋੜਾ ਜਿਹਾ ਕੰਮ ਜਿਹੜਾ ਕੱਲ ਦੀ ਬਗਾਵਤ ਜਿਹੜੀ ਸੀ ਉਹ ਥੋੜਾ ਜਿਹਾ ਉਸ ਦਾ ਇੰਟੈਂਸਿਟੀ ਜਿਹੜੀ ਘਟ ਗਈ ਜਾਪਦੀ ਹੈ। ਜੀ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਅੰਦਰੂਨੀ ਕਲੇਸ਼ ਹੈ, ਗੱਲ ਸੜਕਾਂ ਤੇ ਨਹੀਂ ਆਉਣੀ ਚਾਹੀਦੀ ਤੇ ਜਿਹੜੇ ਮੁੱਦੇ ਆ ਉਹ ਹੱਲ ਹੋਣੇ ਚਾਹੀਦੇ ਆ। ਤੇ ਨਵਜੋਤ ਸਿੰਘ ਸਿੱਧੂ ਨੂੰ ਚਾਹੀਦਾ ਕਿ ਆਪਣੇ ਸਲਾਹਕਾਰਾਂ ਤੇ ਨਕੇਲ ਪਾ ਕੇ ਰੱਖਣ ਤੇ ਇਸ ਤਰ੍ਹਾਂ ਜਿਹੜਾ ਉਹਨਾਂ ਨੂੰ ਸ਼ਰੇਆਮ ਨਹੀਂ ਬੋਲਣਾ ਚਾਹੀਦਾ। ਇਸ ਤਰ੍ਹਾਂ ਦੀਆਂ ਗੋਲਮੋਲ ਗੱਲਾਂ ਉਹਨਾਂ ਨੇ ਕੀਤੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਅੰਦਰੂਨੀ ਮਸਲਾ ਹੈ ਤੇ ਇਸ ਨੂੰ ਛੇਤੀ ਸੁਲਝਾ ਲਿਆ ਜਾਵੇਗਾ। ਤੇ ਕੈਪਟਨ ਅਮਰਿੰਦਰ ਸਿੰਘ ਹੀ 2022 ਦੀਆਂ ਚੋਣਾਂ ਵਿੱਚ ਪਾਰਟੀ ਦੇ ਆਗੂ ਜਿਹੜੇ ਹਨ, ਪਾਰਟੀ ਉਹਨਾਂ ਦੇ ਅਧੀਨ ਹੀ ਉਹਨਾਂ ਦੀ ਜੋ ਛਤਰਛਾਇਆ ਹੇਠੀ ਮੁੱਖ ਮੰਤਰੀ ਦੇ ਤੌਰ ਤੇ ਅਗਲੀਆਂ ਚੋਣਾਂ ਲੜੀਆਂ ਜਾਣਗੀਆਂ। ਪਰ ਬਾਗੀ ਧੜਾ ਅਜੇ ਇਸ ਬਾਰੇ ਆਪਣੇ ਪੱਤੇ ਨਹੀਂ ਖੋਲ੍ਹ ਰਿਹਾ। ਇਸ ਦੌਰਾਨ ਸਾਹਿਬ ਬਲਵੀਰ ਸਿੰਘ ਰਾਜੇਵਾਲ ਨੇ ਜਦੋਂ ਕੱਲ ਮਠਿਆਈ ਖਵਾਈ ਤੇ ਲੋਕਾਂ ਨੂੰ ਕੋਈ ਸੰਕੇਤ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਦਾ ਕੀ ਮਤਲਬ ਹੈ, ਤੇ ਅੱਜ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਬੰਗਾਲ ਵਿੱਚ ਵੀ ਤੇ ਪੰਜਾਬ ਵਿੱਚ ਵੀ ਤੇ ਹੋਰਨਾਂ ਜਗ੍ਹਾ ਤੇ ਵੀ ਸਿਰਫ ਭਾਜਪਾ ਦਾ ਵਿਰੋਧ ਕਰਨ ਦਾ ਕਿਸਾਨ ਆਗੂਆਂ ਨੂੰ ਕਹਿ ਰਹੇ ਹਾਂ। ਇਸ ਤੋਂ ਇਲਾਵਾ ਕਿਸੇ ਹੋਰ ਪਾਰਟੀ ਦੇ ਵਿਰੋਧ ਕਰਨ ਦਾ ਕੋਈ ਪ੍ਰੋਗਰਾਮ ਨਹੀਂ। ਤੇ ਕੁਲਦੀਪ ਜੀ, ਹੁਣ ਸਿਆਸਤ ਤੋਂ ਬਾਅਦ ਉਹ ਸਥਿਤੀ ਦੀ ਗੱਲ ਕਰਦੇ ਹਾਂ ਜਿੱਥੇ ਭਾਰਤ 'ਚ ਤਾਂ ਲੱਗਦਾ ਇਹ ਠੱਲ ਪਈ ਹੋਈ ਹੈ ਉਹਨਾਂ ਮਾਮਲਿਆਂ ਨੂੰ, ਪਰ ਵਿਦੇਸ਼ਾਂ 'ਚੋਂ ਮਾਮਲੇ ਵੱਧ ਰਹੇ ਨੇ। ਕਰੋਨਾ ਦੀ ਤੀਜੀ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਤੀਜੀ ਲਹਿਰ ਦੌਰਾਨ ਬੱਚਿਆਂ 'ਤੇ ਜ਼ਿਆਦਾ ਪ੍ਰਭਾਵ ਹੋਏਗਾ। ਇਹ ਨਵੀਆਂ ਗੱਲਾਂ ਰੋਜ਼ ਸਾਹਮਣੇ ਆ ਰਹੀਆਂ ਨੇ ਤੇ ਇਸ ਵੇਲੇ ਕੀ ਸਥਿਤੀ ਹੈ? ਬੱਚਿਆਂ ਦੇ ਪ੍ਰਭਾਵ ਵਾਲੀ ਗੱਲ ਤੇ ਮੇਰਾ ਖਿਆਲ ਹੈ ਕਿ ਕਾਫੀ ਦਿਨ ਪਹਿਲਾਂ ਵੀ ਚੱਲ ਰਹੀ ਸੀ ਕਿ ਤੀਸਰੀ ਲਹਿਰ ਜਿਹੜੀ ਹੈ ਬੱਚਿਆਂ ਤੇ ਜ਼ਿਆਦਾ ਅਸਰ ਪਾ ਸਕਦੀ ਹੈ। ਹੁਣ ਅਸੀਂ ਕਿਸ ਤੇ ਯਕੀਨ ਕਰ ਸਕਦੇ? ਸਾਡੇ ਮਾਹਿਰ ਜਿਹੜੇ ਨੇ ਜਿਨ੍ਹਾਂ ਨੇ ਗੱਲ ਕਰਨੀ ਹੈ ਕੀਤੀ ਹੁੰਦੀ ਆ ਉਹੋ ਹੀ ਸਾਨੂੰ ਦੱਸ ਸਕਦੇ ਨੇ। ਕੁਛ ਇੱਕ ਮਾਹਿਰ ਜਿਹੜੇ ਤੀਸਰੀ ਲਹਿਰ ਦੇ ਬਾਰੇ ਉਹਨਾਂ ਨੇ ਇਹ ਤਾਂ ਕਿਹਾ ਕਿ ਆਉਣੀ ਤਾਂ ਹੈ ਭਾਰਤ ਵਿੱਚ, ਪਰ ਉਹਨਾਂ ਦੇ ਵਿਚਾਰ ਥੋੜੇ ਬਦਲਦੇ ਜਾ ਰਹੇ ਨੇ। ਭਾਰਤ ਦੇ ਨਾਗਪੁਰ ਦੇ ਇੱਕ ਸਾਇੰਸਦਾਨ ਨੇ ਗੱਲ ਆਖੀ ਸੀ ਕਿ ਤੀਸਰੀ ਲਹਿਰ ਨਾ ਮਾਤਰ ਦੇ ਬਰਾਬਰ ਆਵੇਗੀ, ਕਿਉਂਕਿ ਟੀਕਾਕਰਨ ਦੇ ਟੀਚੇ ਜਿਹੜੇ ਨੇ ਉਹਨਾਂ ਦੇ ਅਸੀਂ ਲਾਗੇ ਛਾਗੇ ਪਹੁੰਚ ਰਹੇ ਹਾਂ ਤੇ ਟੀਕਾਕਰਨ ਬਹੁਤ ਰਫ਼ਤਾਰ ਤੇਜ਼ ਨਾਲ ਹੋਈ ਹੈ ਤੇ ਲੋਕ ਵੀ ਥੋੜੇ ਜਾਗਰਤ ਹੋਏ ਨੇ। ਹੁਣ WHO ਦੀ ਇੱਕ ਮੁੱਖ ਸਾਇੰਸਦਾਨ ਬੀਬੀ ਸੌਮਿਆ ਸਵਾਮੀਨਾਥਨ ਨੇ ਵੀ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ ਨੇ। ਉਹਨਾਂ ਨੇ ਆਖਿਆ ਹੈ ਕਿ ਇਹ ਭਾਰਤ ਵਿੱਚ ਕਰੋਨਾ ਦਾ ਸਿਸਟਮ ਹੁਣ ਸਥਾਨਕ ਪੱਧਰ ਤੇ ਹੋ ਗਿਆ, ਜਿਸ ਵਿੱਚ ਲੋਕਾਂ ਨੂੰ ਤੇ ਵਾਇਰਸ ਨੂੰ ਲੋਕਾਂ ਦੇ ਨਾਲ ਰਹਿਣ ਦਾ ਤੇ ਜਿਉਣ ਦਾ ਪਤਾ ਲੱਗ ਜਾਂਦਾ ਤੇ ਉੱਥੇ ਰਹਿਣਾ ਉਹ ਸਿੱਖ ਲੈਂਦਾ। ਇਸ ਦੇ ਦੋ ਅਰਥ ਨੇ। ਇੱਕ ਤੇ ਇਹ ਕਿ ਕਰੋਨਾ ਦਾ ਜਿਹੜਾ ਉਹਨਾਂ ਨੇ ਗੱਲ ਕਰਨ ਦਾ ਮਤਲਬ ਹੈ ਕਿ ਭਾਰਤ ਵਿੱਚ ਸਹਿਜੇ ਕਿਤੇ ਖਤਮ ਹੋਣ ਵਾਲਾ ਨਹੀਂ। ਜੇ ਅਸੀਂ ਕਹੀਏ ਕਿ ਇਹ ਹੋ ਜਾਵੇਗਾ, ਪਰ
ਬਿਲਕੁਲ ਮਲੀਆਮੇਟ ਇਸ ਦਾ ਹੋ ਜਾਵੇਗਾ, ਉਹ ਹੋਣ ਵਾਲਾ ਨਹੀਂ ਜਾਪਦਾ। ਜੀ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਪਰ ਇਹ ਆਪਣੇ ਇੱਕ ਛੋਟੇ ਰੂਪ ਦੇ ਵਿੱਚ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਮੌਜੂਦ ਰਹੇਗਾ। ਅਸੀਂ ਟੀਕਾਕਰਨ ਦੇ ਜਿਹੜੇ ਟੀਚੇ ਜਿਹੜੇ ਨੇ ਭਾਰਤ ਸਰਕਾਰ ਤੇਜ਼ੀ ਨਾਲ ਹਾਸਲ ਕਰ ਰਹੀ, ਤੇ ਜਿਸ ਤਰ੍ਹਾਂ ਅੱਗੇ ਚੱਲਦੀ ਰਹੀ ਖੇਡ ਤੇ ਫਿਰ ਇਸ ਦੇ ਵਿੱਚ ਕੋਈ ਜ਼ਿਆਦਾ ਵਾਧਾ ਹੋਣ ਦੇ ਚਾਂਸਸ ਨਹੀਂ। ਕੁਝ ਥਾਵਾਂ ਤੇ ਕੁਝ ਕੇਸ ਵੱਧਦੇ ਨੇ, ਸੀਜ਼ਨਲ ਫਲੂ ਵੀ ਹੁੰਦਾ ਹੈ, ਪਰ ਓਵਰਆਲ ਸਥਿਤੀ ਜਿਹੜੀ ਆ ਕੰਟਰੋਲ ਹੇਠ ਦੱਸੀ ਜਾਂਦੀ ਹੈ। ਹੁਣ ਇੱਕ ਤੇ ਇਸ ਦੌਰ ਨੇ ਸਾਨੂੰ 2-3 ਨਵੇਂ ਲਫ਼ਜ਼ ਸਿਖਾਏ ਨੇ। ਸੈਨੀਟਾਈਜ਼ਰ ਅਸੀਂ ਕਿੰਨਾ ਕੁ ਵਰਤਦੇ ਸਾਂ ਅੱਗੇ, ਸੈਨੀਟਾਈਜ਼ ਕਰ ਲਓ, ਹਾਂਜੀ, ਆਈਸੋਲੇਸ਼ਨ ਕਰ ਲਓ, ਕੁਆਰੰਟਾਈਨ ਕਰ ਲਓ, ਇਹ RT-PCR ਕਰ ਲਓ, ਉਹ ਟੈਸਟ ਕਰ ਲਓ, ਨੈਗੇਟਿਵ, ਸਾਰੀਆਂ ਚੀਜ਼ਾਂ ਜਿਹੜੀਆਂ ਸੀ ਲਫ਼ਜ਼ ਅਸੀਂ ਪਿਛਲੇ ਸਾਲ 1.5 ਸਾਲ ਦੇ ਸਮੇਂ 'ਚ ਸਿੱਖੇ ਨੇ। ਹੁਣ ਕੁਝ ਲਫ਼ਜ਼ ਜਿਹੜੇ ਨੇ ਉਹ ਪੁਰਾਣੇ ਨੇ, ਪਰ ਇੱਕ ਨਵਾਂ ਲਫ਼ਜ਼ ਹੈ ਅੱਜ ਮੈਂ ਤੁਹਾਨੂੰ ਹੋਰ ਇਸ ਦੇ ਵਿੱਚ ਜੋੜ ਕੇ ਉਹ ਦੱਸਣ ਦੀ ਕੋਸ਼ਿਸ਼ ਕਰਾਂਗਾ। ਇੱਕ ਤੇ ਹੈ ਐਪੀਡੈਮਿਕ। ਐਪੀਡੈਮਿਕ ਭਾਵ ਇਹ ਹੈ ਕਿ ਜਦੋਂ ਇੱਕ ਖਾਸ ਖੇਤਰ ਦੇ ਵਿੱਚ ਇੱਕ ਖਾਸ ਬਿਮਾਰੀ ਜਿਹੜੀ ਹੈ ਉਹਨੇ ਥਾਂ ਵਿੱਚ ਫੈਲ ਜਾਵੇ ਤੇ ਰਵੇ ਉੱਥੇ ਕੀ, ਉਸ ਨੂੰ ਐਪੀਡੈਮਿਕ ਆਖਿਆ ਜਾਂਦਾ। ਜਿਵੇਂ ਪਲੇਗ ਭਾਰਤ ਦੇ ਸੂਰਤ ਦੇ ਵਿੱਚ ਇੱਕ ਵਾਰੀ ਪੈ ਗਈ ਸੀ ਤੇ ਸੂਰਤ ਉਸ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਰਹੀ ਸੀ। ਇਸੇ ਤਰ੍ਹਾਂ ਮਿਆਦੀ ਬੁਖਾਰ ਜਾਂ ਡੇਂਗੂ ਜਾਂ ਡੇਂਗੀ ਜੋ ਵੀ ਅਸੀਂ ਕਹਿੰਦੇ ਆ, ਉਹ ਵੀ ਕਈ ਵਾਰੀ ਖਾਸ ਇਲਾਕਿਆਂ ਤੱਕ ਜਿਹੜਾ ਰਹਿ ਜਾਂਦਾ ਹੈ। ਉਸ ਨੂੰ ਜੇ ਜ਼ਿਆਦਾ ਪੱਧਰ ਤੇ ਫੈਲ ਜਾਵੇ ਸਥਾਨਕ ਪੱਧਰ ਤੇ ਉਸ ਨੂੰ ਐਪੀਡੈਮਿਕ ਆਖਿਆ ਜਾ ਸਕਦਾ ਹੈ। ਇੱਕ ਹੁੰਦਾ ਪੈਨੇਡੈਮਿਕ। ਪੈਨੇਡੈਮਿਕ ਹੈ ਜਦੋਂ ਇੱਕ ਖਾਸ ਕਿਸਮ ਦੀ ਬਿਮਾਰੀ ਦੁਨੀਆ ਦੇ ਬਹੁਤੇ ਦੇਸ਼ਾਂ ਦੇ ਵਿੱਚ ਵੱਡੇ ਪੱਧਰ ਤੇ ਫੈਲ ਜਾਵੇ ਤੇ ਥਾਂ-ਥਾਂ ਫੈਲੀ ਹੋਈ ਹੋਵੇ, ਉਸ ਨੂੰ ਪੈਂਡੈਮਿਕ ਆਖਿਆ ਜਾਂਦਾ। ਹੁਣ ਇੱਕ ਨਵਾਂ ਲਫ਼ਜ਼ ਨਿਕਲ ਕੇ ਆਇਆ, ਐਂਡੈਮਿਕ। ਭਾਰਤ ਦੇ ਬਾਰੇ WHO ਦੀ ਸਾਇੰਸਦਾਨ ਸੌਮਿਆ ਸਵਾਮੀਨਾਥਨ ਨੇ ਲਫ਼ਜ਼ ਵਰਤਿਆ ਕਿ ਭਾਰਤ ਵਿੱਚ ਕਰੋਨਾ ਜਿਹੜਾ ਹੈ ਐਂਡੈਮਿਕ ਦੇ ਪੱਧਰ ਤੇ ਆ ਗਿਆ ਜਾਪਦਾ ਹੈ। ਹੁਣ ਪੀ ਲੱਥ ਗਈ ਹੈ ਤੇ ਐਂਡ ਜਿਹੜਾ ਹੈ ਉਹ ਐਮਿਕ ਦੇ ਨਾਲ ਜੁੜ ਗਿਆ ਹੈ। ਐਂਡੈਮਿਕ ਭਾਵ ਇਹ ਹੁਣ ਖਾਤਮੇ ਦੇ ਲਾਗੇ ਛਾਗੇ ਤਾਂ ਹੈ, ਪਰ ਜਿਵੇਂ ਉਹਨਾਂ ਨੇ ਆਪਣੀ ਦੋਹਰੀ ਗੱਲ ਕੀਤੀ ਹੈ ਕਿ ਇਹ ਪੂਰਨ ਤੌਰ ਤੇ ਖਤਮ ਨਹੀਂ ਹੋਣ ਜਾ ਰਿਹਾ, ਪਰ ਇਹ ਕੰਟਰੋਲ ਅਧੀਨ ਖੇਤਰ ਦੇ ਵਿੱਚ ਆ ਚੁੱਕਾ ਹੈ। ਭਾਰਤ ਦੇ ਵਿੱਚ ਇਸ ਵੇਲੇ ਜਿਹੜੀ ਸਥਿਤੀ ਹੈ ਕਿ ਟੀਕੇ ਜਿਹੜੇ ਨੇ ਉਹ ਲਗਾਤਾਰ ਲੱਗ ਰਹੇ ਨੇ, ਲੋਕਾਂ ਦਾ ਵਿਸ਼ਵਾਸ ਵੀ ਬਣਿਆ, ਸਮਾਂ ਲੱਗਾ ਇਸ ਚੀਜ਼ ਨੂੰ ਟੀਕਾਕਰਨ ਮੁਹਿੰਮ ਦੇ ਵਿੱਚ, ਤੇ ਪਰ ਵਿਸਲਾਪਨ ਥੋੜਾ ਜਿਹਾ ਜ਼ਿਆਦਾ ਜਾਪਦਾ ਹੈ। ਪਰ ਭਾਰਤ ਸਰਕਾਰ ਅਜੇ ਥੋੜਾ ਅਪਸੈਟ ਹੈ ਕੁਝ ਗੱਲਾਂ ਤੋਂ, ਉਹ ਇਸ ਗੱਲਾਂ ਤੋਂ ਕਿ ਅਸੀਂ ਤੇ ਸਾਰਾ ਕੁਝ ਖੋਲ੍ਹ ਬੈਠੇ ਹਾਂ ਸਥਾਨਕ ਪੱਧਰ ਤੇ, ਪਰ ਜੋ ਵਿਦੇਸ਼ਾਂ ਤੋਂ ਫਲਾਈਟਾਂ ਵਗੈਰਾ ਦਾ ਸਿਸਟਮ ਹੈ ਉਸ 'ਤੇ ਬਹੁਤ ਜ਼ਿਆਦਾ ਬੋਝ ਬਣਿਆ ਹੋਇਆ ਤੇ ਸਾਨੂੰ ਸੁੱਝ ਨਹੀਂ ਰਿਹਾ ਕਿ ਅਸੀਂ ਕੀ ਕਰੀਏ। ਤੇ ਵਿਦੇਸ਼ਾਂ ਨੂੰ ਵੀ ਚਾਹੀਦਾ ਕਿ ਉਹ ਫਲਾਈਟਾਂ ਦੇ ਤੇ ਜਿਹੜੇ ਹੋਰ ਸਿਸਟਮ ਹੈ ਉਸ ਨੂੰ ਆਪਣੇ ਆਪ ਨੂੰ ਖਤਮ ਕਰਨ। ਹੁਣ ਕਈ ਦੇਸ਼ਾਂ ਨੇ, ਅਰਬ ਦੇ ਦੇਸ਼ਾਂ ਨੇ ਤੇ ਆਪਣੇ ਨਾਗਰਿਕਾਂ ਤੇ ਭਾਰਤ ਸਮੇਤ ਹੋਰ ਕਈ ਦੇਸ਼ਾਂ ਦੇ ਉਹਨਾਂ ਨੂੰ ਰੈੱਡ ਲਿਸਟ ਦੇ ਵਿੱਚ ਲਿਆ ਕੇ ਲਾਲ ਸੂਚੀ ਦੇ ਵਿੱਚ ਇਹਨਾਂ ਦੀ ਯਾਤਰਾ ਤੇ ਪਾਬੰਦੀ ਮੁਕੰਮਲ ਤੌਰ ਤੇ ਅਗਲੇ ਕਈ ਸਾਲਾਂ ਵਾਸਤੇ ਲਾ ਦਿੱਤੀ ਹੈ ਕਿ ਹੁਣ। ਪਰ ਇੱਥੇ ਥੋੜਾ ਜਿਹਾ ਕਨਫਿਊਜ਼ਨ ਵੀ ਹੈ। ਭਾਰਤ ਦੇ ਲਾਏ ਹੋਏ ਟੀਕਿਆਂ ਤੇ ਭਾਰਤੀ ਕੰਪਨੀਆਂ ਦੇ ਟੀਕਿਆਂ ਨੂੰ ਕੀ ਵਿਦੇਸ਼ਾਂ ਵਿੱਚ ਸਫ਼ਰ ਕਰਨ ਦੀ ਮਨਜ਼ੂਰੀ ਹੈ? ਜਦੋਂ ਇਹ ਸਾਰੇ ਹਵਾਈ ਸਫ਼ਰ ਖੁੱਲ੍ਹੇਗਾ ਕਿ ਭਾਰਤ ਦੇ ਜਿਹੜੇ ਆਪਣਾ ਵਿਕਸਿਤ ਟੀਕਾ ਹੈ ਜਿਸ ਨੂੰ ਪੂਰਨ ਤੌਰ ਤੇ ਪ੍ਰਵਾਨਗੀ ਨਹੀਂ ਸੀ ਮਿਲੀ, ਕਿ ਉਸ ਦੇ ਲੱਗੇ ਹੋਏ ਮੁਸਾਫਰਾਂ ਨੂੰ ਜਿਹੜਾ ਦੂਸਰੇ ਦੇਸ਼ਾਂ ਵਿੱਚ ਉਤਰਨ ਦੀ ਇਜਾਜ਼ਤ ਹੋਏਗੀ ਜਾਣ ਦੀ? ਮੈਂ ਸਮਝਦਾ ਕਿ ਇਸ ਬਾਰੇ ਭਾਰਤ ਸਰਕਾਰ ਨੂੰ ਹੁਣ ਕੰਮ ਕਰਨ ਦੀ ਲੋੜ ਹੈ। ਜੇ ਕੋਈ ਕਿਸੇ ਦੀ ਰਿਕੁਆਇਰਮੈਂਟ ਹੈ ਕਿ ਉਸਨੇ ਵਿਦੇਸ਼ ਜਾਣਾ ਹੈ ਤੇ ਜਿੱਥੇ ਵੀ ਜਾਣਾ ਹੈ ਉਸ ਦੇਸ਼ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਸ ਨੂੰ ਉਹਨਾਂ ਕੰਪਨੀਆਂ ਦੇ ਟੀਕੇ ਮੁਹੱਈਆ ਕਰਵਾਏ ਜਾਣ। ਪਰ ਅਜੇ ਭਾਰਤ ਜਿਹੜਾ ਹੈ ਡਰਿਆ ਹੋਇਆ ਕੁਝ ਗੱਲਾਂ ਤੇ। 2-3 ਖੇਡ ਦੀਆਂ ਇਵੈਂਟਸ ਜਿਹੜੀਆਂ ਨੇ ਭਾਰਤ ਕੋਲੋਂ ਖੁੱਸ ਚੁੱਕੀਆਂ ਨੇ। T20 ਵਰਲਡ ਕੱਪ ਭਾਰਤ ਕੋਲੋਂ ਖੁੱਸ ਕੇ ਜਿਹੜਾ ਸੰਯੁਕਤ ਅਰਬ ਅਮੀਰਾਤ ਦੇ ਵਿੱਚ ਹੋਣਾ ਹੈ, ਤੇ ਇਸੇ ਤਰ੍ਹਾਂ IPL ਲੀਗ ਜਿਹੜੀ ਭਾਰਤ ਦੀ ਆਪਣੀ ਲੀਗ ਹੈ ਉਹ ਵੀ ਪਹਿਲਾਂ ਜਿਹੜੀ ਹੈ ਇੱਥੇ ਭਾਰਤ ਵਿੱਚ ਹੋਣੀ ਸ਼ੁਰੂ ਹੋਈ ਸੀ, ਫਿਰ ਬਿਮਾਰੀ ਜ਼ਿਆਦਾ ਵੱਧ ਗਈ ਤੇ ਫਿਰ ਹੁਣ ਉਸ ਦਾ ਬਾਕੀ ਹਿੱਸਾ ਦੁਬਈ ਤੇ ਉਸ ਦੇ ਆਸ-ਪਾਸ ਕਰਵਾਏ ਜਾਣ ਦੇ ਵਿਚਾਰ ਨੇ। ਪਰ ਸ਼ਾਬਾਸ਼ ਹੈ ਟੋਕੀਓ ਵਾਲਿਆਂ ਦੇ, ਜਾਪਾਨ ਵਾਲਿਆਂ ਦੇ। ਓਲੰਪਿਕਸ ਹੋਈਆਂ ਇੰਨੇ ਵੱਡੇ ਪੱਧਰ ਤੇ, ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਨਹੀਂ, ਸਭ ਤੋਂ ਵੱਡਾ ਮੇਲਾ ਹੀ ਆਖਿਆ ਜਾ ਸਕਦਾ, ਔਰ ਇਸ ਤੋਂ ਵੱਡਾ ਜਮਾਵੜਾ ਜਿਹੜਾ ਇੱਕ ਜਗ੍ਹਾ ਤੇ ਇਸ ਯੋਜਨਾਬੱਧ ਤਰੀਕੇ ਨਾਲ ਕਿਤੇ ਨਹੀਂ ਹੁੰਦਾ। ਅਸੀਂ ਕੁੰਭ ਦੇ ਮੇਲੇ ਦੀ ਗਿਣਤੀ ਜਾਂ ਕਿਸੇ ਕੁਝ ਹੋਰ ਦੀ ਕਰ ਸਕਦੇ ਹਾਂ, ਗਿਣਤੀ ਦੀ ਗੱਲ ਨਹੀਂ, ਪਰ ਸਿਸਟਮ ਵੀ ਦੇਖਣਾ ਪੈਂਦਾ ਓਵਰਆਲ। ਜਾਪਾਨ ਨੇ ਜਿਸ ਤਰ੍ਹਾਂ ਸਮਰ ਓਲੰਪਿਕਸ, ਗਰਮੀ ਦੀ ਰੁੱਤ ਦੀਆਂ ਓਲੰਪਿਕਸ ਸਿਰੇ ਚਾੜੀਆਂ ਨੇ, ਤੇ ਹੁਣ ਅੰਗਹੀਣਾਂ ਵਾਸਤੇ ਪੈਰਾਲੰਪਿਕ ਜਿਹੜੀਆਂ ਉੱਥੇ ਹੋ ਰਹੀਆਂ ਨੇ, ਇਹ ਉਹਨਾਂ ਨੂੰ ਸ਼ਾਬਾਸ਼ ਹੈ। ਭਾਰਤ ਸਰਕਾਰ ਨੂੰ ਹੁਣ ਇਹਨਾਂ ਮੁੱਦਿਆਂ ਤੇ ਕੰਮ ਕਰਨ ਦੀ ਲੋੜ ਹੈ ਕਿ ਕਿਵੇਂ ਅਸੀਂ ਸਕੂਲ ਖੋਲ੍ਹਣੇ ਨੇ, ਕਿਵੇਂ ਅਸੀਂ ਬੰਦ ਪਏ ਸੰਸਥਾਨ, ਅਦਾਲਤਾਂ, ਹੋਰ ਸਾਡੇ ਜਿਹੜੇ ਦਫ਼ਤਰ ਨੇ ਉਹ ਸਾਰੇ ਕਿਸ ਤਰੀਕੇ ਨਾਲ ਖੋਲ੍ਹਣੇ। ਤੇ ਸਾਨੂੰ ਇਸ ਵਾਇਰਸ ਨਾਲ, ਜੇ ਹੁਣ ਸਾਇੰਸਦਾਨ ਜੀ ਵੀ ਕਹਿ ਰਹੇ ਨੇ, ਤੇ ਅਸੀਂ ਵੀ ਵਾਇਰਸ ਦੇ ਨਾਲ ਰਹਿਣਾ ਸਿੱਖ ਲਈਏ ਤੇ ਕੰਮ ਕਰਨਾ ਸਿੱਖ ਲਈਏ।
ਇਹ ਸਾਰੀਆਂ ਚੀਜ਼ਾਂ ਭਾਰਤ ਸਰਕਾਰ ਨੂੰ ਹੁਣ ਕਰਨ ਦੀ ਲੋੜ ਹੈ। ਜੇ ਪ੍ਰੋਐਕਟਿਵ ਹੋ ਕੇ ਇਹਨਾਂ ਮੁੱਦਿਆਂ ਤੇ ਭਾਰਤ ਸਰਕਾਰ ਕੰਮ ਕਰ ਲੈਂਦੀ ਹੈ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਭਾਰਤ ਲਈ ਵੈਸੇ ਚੰਗਾ ਹੋਵੇਗਾ। ਤੇ ਕੁਲਦੀਪ ਜੀ, ਭਾਰਤ ਸਰਕਾਰ ਕਦੋਂ ਇਸ ਬਾਰੇ ਸੋਚੇਗੀ? ਕਿਉਂਕਿ ਉਹਦੇ ਕੋਲ ਤਾਂ ਟਾਈਮ ਹੀ ਨਹੀਂ। ਯੂਪੀ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਉਹ ਹੁਣੇ ਤੋਂ ਹੀ ਤਿਆਰੀਆਂ ਵਿੱਢੀਆਂ ਹੋਈਆਂ ਨੇ। ਹਰ ਰੋਜ਼ ਕੋਈ ਨਾ ਕੋਈ ਨਵਾਂ ਐਲਾਨ ਹੈ ਯੂਪੀ ਵਾਲਿਆਂ ਵਾਸਤੇ। ਮੇਰੇ ਮਨ 'ਚ ਇੱਥੇ ਇਹ ਵੀ ਸਵਾਲ ਆਉਂਦਾ ਹੈ ਕਿ ਪੰਜਾਬ ਵਿੱਚ ਵੀ ਤਾਂ ਇਲੈਕਸ਼ਨ ਹੈ, ਪੰਜਾਬ ਵਾਸਤੇ ਤਾਂ ਕੋਈ ਐਲਾਨ ਨਹੀਂ, ਕੋਈ ਸਹੂਲਤ ਨਹੀਂ। ਪੰਜਾਬ ਵਾਸਤੇ ਇਸ ਤਰ੍ਹਾਂ ਹੈ ਕਿ ਬੀਜੇਪੀ ਨੂੰ ਬਹੁਤੀਆਂ ਆਸਾਂ ਨਹੀਂ ਜੀ। ਬੀਜੇਪੀ ਦੇ ਉਮੀਦਵਾਰਾਂ ਨਾਲ ਜਿਵੇਂ ਪੰਜਾਬ ਤੇ ਹਰਿਆਣੇ ਦੇ ਵਿੱਚ ਵਿਰੋਧ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ, ਭਾਵੇਂ ਹਰਿਆਣੇ ਵਿੱਚ ਉਹਨਾਂ ਦੀ ਸਰਕਾਰ ਹੈ ਜੀ, ਪਰ ਉਹ ਜਿੱਥੇ ਕਿਤੇ ਇਕੱਠੇ ਇਕੱਲੇ ਉਹਨਾਂ ਨੂੰ ਦੇਖ ਲੈਣ ਜੀ, ਤੇ ਕਿਸਾਨ ਆਗੂ ਮਗਰ ਪੈ ਜਾਂਦੇ ਨੇ, ਫਿਰ ਭੱਜਣਾ ਪੈਂਦਾ। ਜੀ, ਇਹ ਉਹਨਾਂ ਦੀ ਜਿਹੜੀ ਸਹਿਯੋਗੀ ਪਾਰਟੀ ਉਹਨਾਂ ਨਾਲ ਵੀ ਇਸੇ ਤਰ੍ਹਾਂ ਹੋ ਰਿਹਾ। ਜੀ, ਸੋ ਪੰਜਾਬ ਦੇ ਵਿੱਚ ਪਰਿਸਥਿਤੀਆਂ ਵੱਖਰੀਆਂ ਨੇ। ਜੀ, ਅਸਲ 'ਚ ਜਿਵੇਂ ਰਾਜੇਵਾਲ ਸਾਹਿਬ ਕਹਿੰਦੇ ਨੇ ਕਿ ਜਿਹੜਾ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਰਸਤਾ ਹੈ ਜੀ, ਉਹ ਯੂਪੀ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ। ਜੀ, ਸੋ ਯੂਪੀ ਦੇ ਜਿਹੜੀਆਂ ਇੰਨੀਆਂ ਵੱਡੀਆਂ 80 ਤੋਂ ਵੱਧ ਸੀਟਾਂ ਨੇ ਜਿਹੜੀਆਂ ਉੱਥੇ ਲੋਕ ਸਭਾ ਦੀਆਂ, ਜੀ, ਸੋ ਉਹ ਬਹੁਤ ਵੱਡਾ ਇੱਕ ਫੈਕਟਰ ਹੈ। ਪੰਜਾਬ ਦੀਆਂ 13 ਸੀਟਾਂ ਨੇ ਇੱਥੇ। ਇਹ 13 ਸੀਟਾਂ ਦੇ ਵਿੱਚੋਂ ਉਹਨਾਂ ਨੂੰ ਤੁਸੀਂ ਹਿਸਾਬ ਲਾ ਲਓ ਕਿ ਕਿੰਨਾ ਕੁ ਜਿਹੜਾ ਘਾਟਾ ਪੈਣ ਦੀ ਸੰਭਾਵਨਾ ਜੀ। ਹੈ। ਖੈਰ ਲੋੜ ਤੇ ਕਿਸੇ ਵੇਲੇ ਇੱਕ ਸੀਟ ਦੀ ਵੀ ਪੈ ਜਾਂਦੀ ਹੈ, ਬਿਲਕੁਲ। ਪਰ ਓਵਰਆਲ ਪੰਜਾਬ ਨੂੰ ਕੋਈ ਤਾਂ ਦੇਖਦੇ ਨਹੀਂ ਜੀ। ਮੇਰੇ ਹਿਸਾਬ ਨਾਲ, ਜੀ। ਜਿਸ ਤਰ੍ਹਾਂ ਯੂਪੀ ਨੂੰ ਦੇਖਦੇ ਨੇ ਕਿ ਯੂਪੀ 'ਚ ਸਾਡੀ ਵੱਡੀ ਜ਼ਰੂਰਤ ਹੈ ਤੇ ਸਾਨੂੰ ਉੱਥੇ ਮਾਰਕਾ ਮਾਰ ਲਈ ਤੇ ਫਿਰ ਸਾਨੂੰ ਘਬਰਾਹਟ ਨਹੀਂ ਹੋਣੀ ਚਾਹੀਦੀ। ਜੀ। ਤੇ ਕੁਲਦੀਪ ਜੀ, ਹੁਣ ਮਹਾਰਾਸ਼ਟਰ ਦੀ ਗੱਲ ਕਰਦੇ ਹਾਂ, ਜਿੱਥੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਵਿਚਕਾਰ ਪੇਚਾ ਫਸਿਆ ਹੋਇਆ ਹੈ। ਗ੍ਰਿਫਤਾਰੀ ਵਾਰੰਟ ਜਾਰੀ ਹੋਏ, ਗ੍ਰਿਫਤਾਰ ਹੋਏ, ਫਿਰ ਰਿਹਾ ਹੋਏ। ਇਹ ਮਾਮਲਾ ਪੂਰਾ ਕੀ ਹੈ? ਹਰੀਆ ਨਰੀਆ ਇੱਕ ਗੈਂਗ ਹੋਇਆ ਕਰਦਾ ਸੀ, ਜੀ, ਸਟਰੀਟ ਗੈਂਗ ਸੀ ਜੀ, ਬੰਬੇ ਦੇ ਵਿੱਚ, ਉਦੋਂ ਬੰਬੇ ਸੀ, ਜੀ, ਤੇ ਉਸ ਗੈਂਗ ਦੇ ਇੱਕ ਮੈਂਬਰ ਸਨ। ਬਾਅਦ ਵਿੱਚ ਉਹ ਗੈਂਗ ਛੱਡ ਕੇ ਰਾਜਨੀਤੀ ਦੇ ਵਿੱਚ ਆ ਗਏ, ਬਾਲ ਠਾਕਰੇ ਦੇ ਨਾਲ ਜੁੜ ਗਏ, ਜੀ, ਸ਼ਿਵ ਸੈਨਾ ਵੀ ਜੁਆਇਨ ਕਰ ਲਈ, ਕਾਂਗਰਸ ਵੀ ਜੁਆਇਨ ਕਰ ਲਈ, ਜੀ, ਤੇ ਹੁਣ ਵਿਰੋਧੀ ਖੇਮੇ ਦੇ ਵਿੱਚ ਨੇ। ਜੀ, ਮੈਂਬਰ ਪਾਰਲੀਮੈਂਟ ਨੇ ਨਾਰਾਇਣ ਰਾਣੇ ਜੀ, ਤੇ ਉਧਵ ਠਾਕਰੇ ਮੁੱਖ ਮੰਤਰੀ ਨੇ। ਜੀ, ਉਧਵ ਠਾਕਰੇ ਨੇ 15 ਅਗਸਤ ਵਾਲੇ ਦਿਨ ਕਿਤੇ ਸਪੀਚ ਦਿੰਦੇ ਹੋਏ ਕੋਈ ਕਿਤੇ ਕਿਸੇ ਤੋਂ ਕੋਈ ਹਿੰਟ ਲਿਆ। ਜੀ, ਸ਼ਾਇਦ ਉਹ ਦੱਸਣਾ ਚਾਹੁੰਦੇ ਸੀ ਕਿ ਆਜ਼ਾਦੀ ਨੂੰ ਕਿੰਨੇ ਸਾਲ ਹੋਏ ਨੇ, ਜੀ, ਤੇ ਫਿਰ ਨਾਲ ਦੇ ਨੇ ਉਹਨਾਂ ਨੂੰ ਦੱਸਿਆ ਤੇ ਫਿਰ ਉਹਨਾਂ ਨੇ ਅਗਾਂਹ ਕੀਤਾ। ਜੀ, ਤੇ ਨਾਰਾਇਣ ਰਾਣੇ ਨੇ ਇਹ ਕਹਿ ਦਿੱਤਾ, ਟਵੀਟ ਕਰ ਦਿੱਤਾ, ਫੇਸਬੁੱਕ ਤੇ ਪਾ ਦਿੱਤਾ ਕਿ ਇਹ ਵਿਅਕਤੀ ਮੁੱਖ ਮੰਤਰੀ ਹੈ, ਜੀ, ਇਸ ਨੂੰ ਮੁੱਖ ਮੰਤਰੀ ਨਹੀਂ ਹੋਣਾ ਚਾਹੀਦਾ। ਜੀ, ਇਹ ਨਾਲ ਦੇ ਕੋਲੋਂ ਪੁੱਛ ਕੇ ਤੇ ਇਹਨੂੰ ਇਹ ਨਹੀਂ ਪਤਾ ਕਿ ਆਜ਼ਾਦੀ ਕਦੋਂ ਮਿਲੀ ਸੀ, ਜੀ, ਤੇ ਮੈਂ ਇਸ ਦੇ ਲਾਗੇ ਹੁੰਦਾ ਤੇ ਕੱਸ ਕੇ ਇੱਕ ਚਪੇੜ ਮਾਰਦਾ ਇਹਦੇ ਮੂੰਹ ਤੇ। ਜੀ, ਇਸ ਤੇ ਹੁਣ ਉਹ ਸਰਕਾਰ ਹੈ, ਜੀ, ਤੁਸੀਂ ਇਸ ਤਰ੍ਹਾਂ ਦਾ ਇੱਕ ਹਮਲਾ ਕਰਨ ਵਾਲੀ ਗੱਲ ਆਖ ਰਹੇ ਹੋ। ਜੀ, ਪੁਲਿਸ ਐਕਟਿਵ ਹੋਈ ਕਿਉਂਕਿ ਪੁਲਿਸ ਤੇ ਸਟੇਟ ਦੇ ਅਧੀਨ ਹੈ। ਜੀ, ਉਹਨਾਂ ਦੀ ਗ੍ਰਿਫਤਾਰੀ ਹੋਈ ਹੈ, ਜ਼ਮਾਨਤ ਮਿਲ ਗਈ, ਅਦਾਲਤ ਨੇ ਕਹਿ ਦਿੱਤਾ ਕਿ ਤੁਸੀਂ ਉਹਨਾਂ ਕੋਲੋਂ ਪੁੱਛ ਪੜਤਾਲ ਕਰ ਸਕਦੇ ਹੋ। ਗ੍ਰਿਫਤਾਰੀ ਉਹਨਾਂ ਦੀ ਹੋ ਜਾਣੀ ਸੀ, ਜੀ, ਠੀਕ ਹੈ, ਜਾਇਜ਼ ਤੁਸੀਂ ਕਰ ਲਈ ਆ, ਪਰ ਇੰਨਾ ਲੰਬਾ ਸਮਾਂ ਰੱਖਣ ਦੀ ਵੀ ਕੋਈ ਲੋੜ ਨਹੀਂ ਉਹਨਾਂ ਨੂੰ। ਜੀ, ਉਹ ਲੋਕ ਸਭਾ ਮੈਂਬਰ ਨੇ, ਇਸ ਕਰਕੇ ਤੁਸੀਂ ਉਹਨਾਂ ਨੂੰ ਜ਼ਮਾਨਤ ਦੇ ਦਿਓ। ਜੀ, ਜ਼ਮਾਨਤ ਤੇ ਮਿਲ ਗਈ ਹੈ, ਤੇ ਉਸ ਤੋਂ ਬਾਅਦ ਕੋਈ ਸੁਰ ਉਹਨਾਂ ਦੇ ਕੋਈ ਅਜੇ ਤੱਕ ਸਾਹਮਣੇ ਤਾਂ ਨਹੀਂ ਆਏ, ਜੀ, ਪਰ ਇਹ ਇੱਕ ਕਸ਼ਮਕਸ਼ ਜਿਹੀ ਬਣ ਗਈ ਆ। ਉਹਨਾਂ ਦੇ ਬੇਟੇ ਨੇ ਹੁਣ ਕਹਿੰਦੇ ਨੇ ਕਿ ਹਿੰਦੀ ਫਿਲਮਾਂ ਦਾ ਇੱਕ ਡਾਇਲੋਗ ਜਿਹੜਾ ਹੈ ਉਹ ਉਧਵ ਠਾਕਰੇ ਨੂੰ ਕਿਹਾ ਕਿ ਜੋ ਅਸਮਾਨ ਤੇ ਥੁੱਕਦਾ ਉਸ ਦੇ ਮੂੰਹ ਤੇ ਆਪਣੇ ਥੁੱਕ ਪੈਂਦਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਇੱਕ ਨੀਵੇਂ ਪੱਧਰ ਦੀ ਰਾਜਨੀਤੀ ਦੀਆਂ ਹੋ ਰਹੀਆਂ ਨੇ। ਨਾਰਾਇਣ ਰਾਣੇ ਜਿਹੜੇ ਹਨ ਉਹ ਇਸ ਵੇਲੇ ਜਿਵੇਂ ਪੰਜਾਬ ਦੇ ਵਿੱਚ ਕਹਿ ਲਓ ਕਿ ਵਿਰੋਧੀ ਧਿਰ ਹੈ ਭਾਜਪਾ ਦੀ, ਭਾਰਤੀ ਜਨਤਾ ਪਾਰਟੀ ਦੀਆਂ ਦੁੱਖ ਦੀਆਂ ਰਗਾਂ ਜਿਹੜੀਆਂ ਭਾਰਤ ਦੇ ਵਿੱਚ ਹਨ ਉਹਨਾਂ ਵਿੱਚੋਂ ਬੰਗਾਲ ਹੈ, ਮਹਾਰਾਸ਼ਟਰ ਹੈ ਤੇ ਪੰਜਾਬ ਹੈ, ਤੇ ਮਹਾਰਾਸ਼ਟਰ ਵਿੱਚ ਕਸ਼ਮਕਸ਼ ਚੱਲਦੀ ਰਹਿੰਦੀ। ਤੇ ਜੀ ਕੁਲਦੀਪ ਜੀ, ਅੱਜ ਦੇ ਮੁੱਦੇ ਤਾਂ ਹੋਰ ਵੀ ਬਾਕੀ ਨੇ ਜਿਹੜੇ ਵਿਚਾਰਨੇ ਨੇ, ਪਰ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਦਰਸ਼ਕੋ, ਤੁਹਾਡਾ ਵੀ ਧੰਨਵਾਦ ਕਰਦੇ ਹਾਂ ਪੰਜਾਬੀ ਨੈਸ਼ਨਲ ਦੇ ਖਾਸ ਪ੍ਰੋਗਰਾਮ ਵਿਚਾਰ ਚਰਚਾ ਨਾਲ ਜੁੜਨ ਲਈ। ਅਗਲੀ ਵਾਰ ਨਵੇਂ ਮੁੱਦਿਆਂ ਦੇ ਨਾਲ ਫਿਰ ਤੋਂ ਹੋਵਾਂਗੇ ਹਾਜ਼ਰ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।